ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਪੰਜਾਬ ਚਰਚਾ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। G20 ਦਾ ਸੰਮੇਲਨ ਚੱਲਦਾ ਪਿਆ ਹੈ ਭਾਰਤ ਦੇ ਵਿੱਚ ਤੇ ਪ੍ਰਾਈਮ ਮਿਨਿਸਟਰ ਆਫ ਇੰਡੀਆ ਸਾਰੇ ਵਰਲਡ ਦੇ ਜੋ ਲੀਡਰਸ ਪਹੁੰਚੇ ਨੇ ਉਹਨਾਂ ਦਾ ਸਵਾਗਤ ਕਰ ਰਹੇ ਨੇ। ਜੋ ਬਾਈਡਨ ਸਾਹਿਬ ਪ੍ਰੈਜ਼ੀਡੈਂਟ ਆਫ ਅਮਰੀਕਾ ਖਾਸ ਤੌਰ ਤੇ ਪਹੁੰਚੇ ਨੇ ਔਰ ਉਹਨਾਂ ਵੱਲ ਸਾਰਾ ਵਿਸ਼ਵ ਬੜੀਆਂ ਪਿਆਰ ਭਰੀਆਂ ਤੇ ਬੜੀਆਂ ਉਮੀਦ ਭਰੀਆਂ ਨਜ਼ਰਾਂ ਨਾਲ ਵੇਖਦਾ ਪਿਆ ਹੈ कि शायद बीइंग अ सुपर पावर कुछ ना कुछ ऐसा कमाल करनगे बाइडन साहब G20 के सम्मेलन दे विच कि ग्लोबल लीडर बन के उभरनगे। सो नाल एक नवी डिवेलपमेंट है कि G20 का नाम कहते हैं हुण G21 होना चाहिए क्योंकि दक्षिणी अफ्रीका भी ये शामिल कर लिया गया और ग्लोबल साउथ का जो विषय है ये उत्ते इंडिया एक ग्लोबल लीडर बन के उभरिया क्योंकि पुरानियां ਇਹ ਰਿਵਾਇਤਾਂ ਰਹੀਆਂ ਨੇ ਦੁਨੀਆ ਦੇ ਵਿੱਚ ਕਿ ਕਿੱਦਾਂ ਅਸੀਂ ਗਰੀਬ ਕੰਟਰੀਜ਼ ਨੂੰ ਅੱਗੇ ਲੈ ਕੇ ਆਈਏ, ਗਰੀਬ ਮੁਲਕਾਂ ਦੀ ਅਸੀਂ ਤਰੱਕੀ ਕਰੀਏ। ਤਾਂ ਉਸ ਵੱਲ ਇੱਕ ਕਦਮ ਹੈ ਔਰ ਇਸ ਲਈ ਅਮਰੀਕਾ ਨੇ ਵੀ ਬੜੀ ਸਰਾਹਨਾ ਕੀਤੀ ਹੈ ਤੇ ਜੋ ਬਾਈਡਨ ਸਾਹਿਬ ਇਸ ਲਈ ਖਾਸ ਤੌਰ ਤੇ ਕਹਿੰਦੇ ਨੇ ਕਿ ਜੋ ਥਰਡ ਵਰਲਡ ਕੰਟਰੀਜ਼ ਨੇ ਉਹਨਾਂ ਨੂੰ ਅੱਗੇ ਆਉਣਾ ਹੀ ਚਾਹੀਦਾ ਹੈ क्योंकि इस वक्त दुनिया ਨੂੰ ਜ਼ਰੂਰਤ ਹੈ कि इकनॉमिकली पूरी दुनिया बराबर हो जाए। ਹੁਣ ਇਹ ਹੋ ਸਕਦਾ ਕਿ ਨਹੀਂ ਹੋ ਸਕਦਾ ਇਹ G20 ਦੇ ਸੰਮੇਲਨ ਤੋਂ ਬਾਅਦ ਪਤਾ ਲੱਗੇਗਾ। ਹਾਲਾਂਕਿ ਰਸ਼ੀਆ ਦੇ ਵਲਾਦੀਮੀਰ ਪੁਤਿਨ ਤੇ ਚਾਈਨਾ ਦੇ ਸ਼ੀ ਜਿਨਪਿੰਗ ਇਸ G20 ਸੰਮੇਲਨ ਤੋਂ ਦੂਰੀ ਬਣਾ ਕੇ ਰੱਖੇ ਹੋਏ ਨੇ ਔਰ ਉਸ ਦਾ ਵੀ ਕੀ ਅਸਰ ਪੈਂਦਾ ਹੈ ਇਹ ਵੀ ਪਤਾ ਲੱਗੇਗਾ G20 ਸੰਮੇਲਨ ਦੇ ਕਨਕਲੂਜਨ ਤੋਂ ਬਾਅਦ। ਉਸ ਬਾਰੇ ਵੀ ਅਸੀਂ ਚਰਚਾ ਕਰਾਂਗੇ ਪਰ ਅੱਜ ਅਸੀਂ ਚਰਚਾ ਕਰਦੇ ਹਾਂ ਭਾਰਤ ਦੇ ਇੱਕ ਵਿਸ਼ੇ ਦੇ ਉੱਤੇ ਕਿ ਭਾਰਤ ਦਾ ਨਾਂ ਭਾਰਤ ਹੋਣਾ ਚਾਹੀਦਾ ਹੈ, ਇੰਡੀਆ ਹੋਣਾ ਚਾਹੀਦਾ ਹੈ। ਇਹ ਸਾਰੀ ਚਰਚਾ ਬਣੀ ਹੋਈ ਹੈ। ਹਾਲਾਂਕਿ G20 ਦੇ ਵਿੱਚ ਭਾਰਤ ਹੀ ਨਾਮ ਰੱਖਿਆ ਗਿਆ ਹੈ, ਇੰਡੀਆ ਦੀ ਬਜਾਏ ਭਾਰਤ ਕਿਹਾ ਜਾ ਰਿਹਾ ਹੈ ਔਰ ਇਸ ਬਾਰੇ ਸਾਡੇ ਮਾਹਿਰ ਕੀ ਵਿਚਾਰ ਰੱਖਦੇ ਨੇ, ਪੋਲੀਟੀਕਲ ਐਨਾਲਿਸਿਸਟ ਕੀ ਹੈ ਔਰ ਇਸ ਬਾਰੇ ਪੂਰੀ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਜਗਰੂਪ ਸਿੰਘ ਸੇਖੋਂ ਸਾਹਿਬ ਔਰ ਇਹਨਾਂ ਦਾ ਫੀਲਡ ਇਹ ਹੈ ਪੋਲੀਟੀਕਲ ਸਾਇੰਸ। ਵੈਲਕਮ ਟੂ ਪੰਜਾਬ ਚਰਚਾ ਸੇਖੋਂ ਸਾਹਿਬ। ਥੈਂਕ ਯੂ ਜੀ। ਸੋ RBI ਨੂੰ ਆਪਾਂ ਜੇ ਦੇਖੀਏ ਸੇਖੋਂ ਸਾਹਿਬ, ਰਿਜ਼ਰਵ ਬੈਂਕ ਆਫ ਇੰਡੀਆ, SBI ਸਟੇਟ ਬੈਂਕ ਆਫ ਇੰਡੀਆ, ਇਸਰੋ ਦੀ ਗੱਲ ਕਰੀਏ ਚੰਦਰਯਾਨ 3 ਹੁਣੇ ਪਹੁੰਚਿਆ ਚੰਦਰਮਾ ਦੇ ਉੱਤੇ ਤਾਂ ਇਸਰੋ ਦਾ ਹੈ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਔਰ ਪੂਰੇ ਰਾਸ਼ਟਰ ਨੂੰ ਸਮਰਪਿਤ ਹੈ ਇੰਡੀਆ ਗੇਟ ਜਿੱਥੇ ਸ਼ਹੀਦਾਂ ਦੇ ਨਾਮ ਲਿਖੇ ਹੋਏ ਨੇ। ਮਤਲਬ ਹਰ ਥਾਂ ਦੇ ਉੱਤੇ ਇੰਡੀਆ ਸ਼ਬਦ ਦਾ ਪ੍ਰਯੋਗ ਹੋ ਰਿਹਾ ਹੈ। ਇੱਕ ਨਵੀਂ ਗੱਲ ਕਿਉਂ ਆ ਰਹੀ ਹੈ ਕਿ ਅਸੀਂ ਇੰਡੀਆ ਦੀ ਥਾਂ ਤੇ ਭਾਰਤ ਰੱਖੀਏ ਤਾਂ ਭਾਰਤ ਸਾਡੀ ਸੰਸਕ੍ਰਿਤੀ ਦਾ ਪ੍ਰਤੀਕ ਹੈ, ਇੰਡੀਆ ਸਾਡੀ ਗੁਲਾਮੀ ਦਾ ਪ੍ਰਤੀਕ ਹੈ। ਹਾਲਾਂਕਿ ਸਾਡੇ ਕਨਸਟੀਟਿਊਸ਼ਨ ਦੇ ਪ੍ਰੀਐਂਬਲ ਦੇ ਵਿੱਚ ਵੀ ਦੀ ਪੀਪਲ ਆਫ ਇੰਡੀਆ ਔਰ ਕਨਸਟੀਟਿਊਸ਼ਨ ਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਲਿਖਦੇ ਨੇ ਇੰਡੀਆ ਦੈਟ ਇਜ਼ ਭਾਰਤ। ਸੋ ਤੁਹਾਡਾ ਕੀ ਓਪੀਨੀਅਨ ਬਣਦਾ ਹੈ? ਕਿ ਬੜੀ ਵਾਹਿਯਾਤ ਕਿਸਮ ਦੀ ਜਾਂ ਬਹੁਤ ਇੱਕ ਕਿਸਮ ਦੀ ਕਹਿੰਦੀ ਹੈ ਸਮਾਵਾਦੀ ਵਾਲੀ ਇੱਕ ਨਵੀਂ ਬਹਿਸ ਵਾਲੇ ਪਾਸੇ ਪੈ ਗਿਆ ਸੀ ਔਰ ਇਹ ਬਹਿਸ ਜਾਣ ਕੇ ਸ਼ੁਰੂ ਕੀਤੀ ਗਈ ਆ। ਇਹ ਐਵੇਂ ਹਵਾ ਦੇ ਵਿੱਚੋਂ ਨਹੀਂ ਆਈ। ਤੁਸੀਂ ਦੇਖਿਆ ਹੋਣਾ ਕਿ ਥੋੜ੍ਹੇ ਦਿਨ ਪਹਿਲਾਂ ਭਗਵਤ ਜਿਹੜਾ ਹੈਗਾ ਇਹਨਾਂ ਦਾ RSS ਦਾ ਚੀਫ ਉਹਦੀ ਸਟੇਟਮੈਂਟ ਆਈ ਸੀਗੀ ਔਰ ਇਹ ਉਸ ਸਮੇਂ ਬਹਿਸ ਸ਼ੁਰੂ ਹੋਈ ਆ ਜਦੋਂ ਆਪੋਜੀਸ਼ਨ ਪਾਰਟੀਆਂ ਦਾ ਅਲਾਇੰਸ ਜਿਹਨੂੰ ਇੰਡੀਆ ਜਿਹਦਾ ਨਾਂ ਅਲਾਇੰਸ ਬਣਿਆ ਵਾ ਕਿ ਜਿਹੜੀ ਹੈਗੀਆਂ ਜਥੇਬੰਦੀ ਬਣੀ ਆ ਉਹਦਾ 30 ਤੇ 31 ਨੂੰ ਜਿਹੜਾ ਸੀਗਾ ਆਪਣਾ ਉੱਥੇ ਸੀ ਇਜਲਾਸ ਸ਼ੁਰੂ ਹੋਣਾ ਸੀਗਾ। ਉਸੇ ਸਮੇਂ ਨਵੀਂ ਬਹਿਸ ਸ਼ੁਰੂ ਹੋ ਗਈ ਕਿਉਂਕਿ ਉਹਦੇ ਵਿੱਚ ਮੁੱਦੇ ਵਿਚਾਰੇ ਜਾ ਰਹੇ ਸੀਗੇ ਔਰ ਪਹਿਲੀ ਵਾਰੀ ਹੋਇਆ ਕਿ ਕਿਸੇ ਵੀ ਜਿਹੜੀ ਹੈਗੀ ਆ ਰਾਜ ਕਰਦੀ ਧਿਰ ਦੇ ਅਗੇਂਸਟ ਇਲੈਕਸ਼ਨ ਤੋਂ ਪਹਿਲਾਂ ਇੱਕ ਏਡਾ ਵੱਡਾ ਮਹਾਜ ਬਣਿਆ ਹੋਵੇ। ਸੋ ਇਹ ਸਾਰੀ ਬਹਿਸ ਜਿਹੜੀ ਹੈਗੀ ਆ ਮੈਨੂੰ ਲੱਗਦਾ ਕਿ ਜਿਹੜੇ ਸਾਡੇ ਭਖਵੇਂ ਮੁੱਦੇ ਹੈਗੇ ਆ ਜਾਂ ਲੋਕਾਂ ਦੇ ਜਿਹੜੇ ਇਸ਼ੂ ਆ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਡੋਮੀਨੇਟ ਕਰਨਾ ਹੈ, ਚਾਹੇ ਬੇਰੁਜ਼ਗਾਰੀ ਹੈਗੀ ਆ, ਚਾਹੇ ਕਮਿਊਨਲਿਜ਼ਮ ਹੈਗਾ, ਚਾਹੇ ਫਾਸਿਜ਼ਮ ਹੈਗਾ ਵਾ, ਚਾਹੇ ਅਥੋਰੀਟੇਰੀਅਨਿਜ਼ਮ ਹੈਗਾ ਵਾ, ਜਾਂ ਤੁਹਾਡੀ ਪ੍ਰੈਸ ਦੀ ਆਜ਼ਾਦੀ ਦੀ ਆਪਾਂ ਗੱਲ ਕਰਦੇ ਹਾਂ ਜਾਂ ਜਿਸ ਤਰੀਕੇ ਆਪਾਂ ਇਸਨੂੰ ਕੀਤਾ ਗਿਆ ਜਾਂ ਲੋਕਾਂ ਨੂੰ ਵੰਡਣ ਦੀ ਗੱਲ ਕਰਦੇ ਹਾਂ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਦੀ ਆ ਕਿ ਜਿਹੜੀਆਂ ਸਾਡੀਆਂ ਇੰਸਟੀਟਿਊਸ਼ਨਸ ਹੈਗੀਆਂ ਵਾ ਉਹ ਐਟ ਸਟੇਕ ਹੈਗੀ ਤੋਂ ਲੈ ਕੇ ਥੱਲੇ ਪੰਚਾਇਤੀ ਰਾਜ ਸਿਸਟਮ ਤੱਕ ਜਿਸ ਤਰੀਕੇ ਨਾਲ ਪਿਛਲੇ 9-9.5 ਸਾਲਾਂ ਦੇ ਵਿੱਚ ਇਹ ਜਿਹੜੀਆਂ ਖਾਸ ਕਰਕੇ ਐਕਸਟਰਾ ਕਨਸਟੀਟਿਊਸ਼ਨਲ ਜਿਹੜੀਆਂ ਗਰੁੱਪਸ ਪੈਦਾ ਹੋਏ ਆ, ਇੰਸਟੀਟਿਊਸ਼ਨਸ ਪੈਦਾ ਹੋਈਆਂ ਵਾ। ਤੁਸੀਂ ਦੇਖਿਆ ਹੋਣਾ ਗਊ ਰਕਸ਼ਕ ਵਾਲੀ ਗੱਲ ਆ ਜਾਂਦੀ ਆ, ਕਿਤੇ ਸੈਲਫ ਪ੍ਰੋਕਲੇਮਡ ਜਿਹੜੇ ਆ ਹਿੰਦੂ ਪ੍ਰੋਟੈਕਸ਼ਨਿਸਟ ਗਰੁੱਪ ਆ ਜਾਂਦੇ। ਸੋ ਮੇਰਾ ਕਹਿਣ ਤੋਂ ਭਾਵੇਂ ਇਹ ਜਿਹੜੀ ਫਰੇਸ ਤਾਂ ਬਹੁਤ ਲੰਬੀ ਹੈਗੀ ਆ ਤਾਂ ਇਹ ਆਣ ਕੇ 7-8 ਮਹੀਨੇ ਪਹਿਲਾਂ ਇੱਕ ਨਵੀਂ ਬਹਿਸ ਨੂੰ ਜਨਮ ਦੇਣਾ, ਨਵੀਂ ਬਹਿਸ ਸ਼ੁਰੂ ਕਰਨੀ। ਮੈਨੂੰ ਲੱਗਦਾ ਕਿ ਇਹ ਜਿਹੜੇ ਮੁੱਦੇ ਸੀਗੇ ਜਿਹੜੇ ਖਾਸ ਕਰਕੇ ਜਿਹੜੇ ਲੋਕਾਂ ਦੇ ਮੁੱਦੇ ਹੈਗੇ ਆ ਉਹਨਾਂ ਤੋਂ ਧਿਆਨ ਦੂਸਰੇ ਪਾਸੇ ਲਿਜਾਣ ਵਾਸਤੇ ਔਰ ਖਾਸ ਕਰਕੇ ਜਿੱਦਾਂ ਹੁਣ ਆਪਾਂ ਵੀ ਬਹੁਤ ਸਾਰਾ
टाइम मैं तो कहूँगा भी ये आप वेस्ट कर रहे हैं कि ये ਜਿਹੜੇ ਕਿਸੇ ਵੀ ਜਿਹੜੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ। ਉਹ ਭਾਰਤ ਹੋ ਜਾਏ, ਇੰਡੀਆ ਹੋ ਜਾਏ, ਹਿੰਦੁਸਤਾਨ ਹੋ ਜਾਏ, ਜਦੋਂ ਵੀ ਮੁੱਦੇ ਸੈਂਟਰ ਦੇ ਵਿੱਚ ਆਉਂਦੇ, ਲੋਕਾਂ ਦੇ ਮੁੱਦੇ ਸੈਂਟਰ ਆਉਂਦੇ ਆ, ਇੱਦਾਂ ਦਾ ਇਹ ਜਿਹੜਾ ਕੋਈ ਨਾ ਕੋਈ ਸ਼ੁਰੂ ਕਰਦੇ, ਕਿਉਂਕਿ ਉਹਨਾਂ ਦੀ ਵਿਚਾਰਧਾਰਾ ਲੱਗਦਾ ਹੈ ਕਿ ਉਹ ਆਪਣਾ ਜਿਹੜਾ ਗਰੁੱਪ ਉਹਨੂੰ ਕੰਸੋਲੀਡੇਟ ਕਰਦੇ ਆ, ਜਿਹੜੀ ਉਹਨਾਂ ਦੀ ਫੋਲੋਇੰਗ ਉਹਨੂੰ ਕੰਸੋਲੀਡੇਟ ਕਰਨਾ ਚਾਹੁੰਦੇ ਆ ਜਾਂ ਖੁਸ਼ ਕਰਨਾ ਚਾਹੁੰਦੇ ਆ। ਪਰ ਇਹਦਾ ਤਾਂ ਰਿਜ਼ਲਟ ਸਾਨੂੰ ਪਿਛਲੇ ਸਮੇਂ ਦੇ ਵਿੱਚ ਰੀਸੈਂਟਲੀ ਮਿਲ ਹੀ ਗਿਆ। ਸਿੰਪਲ ਐਗਜ਼ਾਮਪਲ ਹੋਈ ਸੀ ਜਿਹੜੀ ਈਸਟਰਨ ਯੂਪੀ ਦੇ ਵਿੱਚ ਘੋਸੀ ਦੇ ਵਿੱਚ ਇੱਕ ਬਾਈ ਇਲੈਕਸ਼ਨ ਹੋਈ ਸੀਗੀ। ਜਿਹੜਾ ਹਿੰਦੂਤਵ ਦਾ ਵੀ ਲੋਕੀ ਗੜ੍ਹ ਕਹਿੰਦੇ ਸੀਗੇ, ਜਿਹੜਾ ਬੀਜੇਪੀ ਦਾ ਵੀ ਗੜ੍ਹ ਕਿਹਾ ਜਾਂਦਾ ਸੀਗਾ, ਜਿਹੜਾ ਇਹਨਾਂ ਦਾ ਪ੍ਰੈਸਟੀ ਦਾ ਇਸ਼ੂ ਸੀਗਾ, ਜਿਸ ਤਰੀਕੇ ਨਾਲ ਡਿਫੈਕਸ਼ਨ ਕਰਾ ਕੇ ਇਹਨਾਂ ਨੇ ਬੰਦਾ ਖੜਾ ਕੀਤਾ, ਲੋਕਾਂ ਨੇ ਜਵਾਬ ਦੇ ਦਿੱਤਾ, ਸਧਾਰਨ ਲੋਕਾਂ ਨੇ ਜਵਾਬ ਦੇ ਦਿੱਤਾ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਵਾ ਇੱਦਾਂ ਦੀਆਂ ਬਹਿਸਾਂ ਕਰਦੇ ਰਹਿਣਗੇ, ਚੱਲਦੀਆਂ ਰਹਿਣਗੀਆਂ, ਕਿਉਂਕਿ ਇਸ ਵੇਲੇ ਸਰਕਾਰ ਨੂੰ ਸ਼ਾਇਦ ਲੱਗਦਾ ਹੈ, ਕੇਂਦਰ ਸਰਕਾਰ ਨੂੰ, ਕਿ ਉਹਨਾਂ ਦੀ ਹਾਲਤ ਪਤਲੀ ਹੋ ਰਹੀ ਆ। ਉਹਨਾਂ ਨੂੰ ਲੱਗਦਾ ਹੈ ਕਿ ਕਿਉਂਕਿ ਸਾਡੇ ਕੋਲ 77 ਦੀ ਐਗਜ਼ਾਮਪਲ ਹੈਗੀ ਆ, ਸਾਡੇ ਕੋਲ 89 ਦੀ ਐਗਜ਼ਾਮਪਲ ਹੈਗੀ ਆ, ਸਾਡੇ ਕੋਲ 2004 ਦੀ ਐਗਜ਼ਾਮਪਲ ਹੈਗੀ ਆ, ਜਦੋਂ ਇਹਨਾਂ ਦੀ ਇੱਕ ਐਨਡੀਏ ਦੀ ਸਰਕਾਰ ਸੀਗੀ, ਜਿਹਦੇ ਵਿੱਚ ਇੰਡੀਆ ਸ਼ਾਈਨਿੰਗ ਦੀ ਗੱਲ ਕਰਦੇ ਸੀਗੇ, ਇਲੈਕਸ਼ਨਸ ਨੂੰ ਪ੍ਰੀਪੋਨ ਕੀਤਾ ਸੀ, ਲੋਕਾਂ ਨੇ ਉਹਨੂੰ ਲਾਂਭੇ ਮਾਰਤਾ ਸੀ। ਡਰ ਇਹਨਾਂ ਨੂੰ ਇਹ ਲੱਗਦਾ ਹੈ ਕਿ ਕਿਤੇ ਇਲੈਕਸ਼ਨ ਅਸੀਂ ਇਲੈਕਸ਼ਨ ਤੋਂ ਬਾਹਰ ਹੋ ਜਾਂਦੇ ਹਾਂ, ਤੇ ਜਿਹੜੇ ਪਿਛਲੇ 9 ਸਾਲਾਂ ਦੇ ਵਿੱਚ ਜਿਹੜਾ ਸੰਸਥਾਵਾਂ ਨੂੰ ਜਿਹੜਾ ਖਾਸ ਕਰਕੇ ਖੋਰਾ ਲਾਇਆ ਹੈ, ਜਾਂ ਜਿਸ ਤਰੀਕੇ ਦੇ ਨਾਲ ਸਾਡਾ ਜਿਹੜਾ ਇੰਸਟੀਟਿਊਸ਼ਨ ਦੇ ਨਾਲ ਖਿਲਵਾੜ ਕੀਤਾ ਗਿਆ ਹੈ, ਜਾਂ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਝੂਠੇ ਵਾਅਦੇ ਕੀਤੇ ਗਏ, ਜਾਂ ਜਿਸ ਤਰੀਕੇ ਨਾਲ ਇਤਿਹਾਸ ਬਦਲਿਆ ਜਾ ਰਿਹਾ, ਇਹ ਕੱਲ੍ਹ ਨੂੰ ਸਾਰੀਆਂ ਗੱਲਾਂ ਆਉਣੀਆਂ ਵਾ ਕਿ ਪ੍ਰਾਈਮ ਮਿਨਿਸਟਰ ਦੀ ਜਿਹੜੀ ਐਜੂਕੇਸ਼ਨ ਦੀ ਡਿਗਰੀ ਸੀਗੀ ਉਹਦੇ ਉੱਤੇ ਵੀ ਗੱਲਾਂ ਹੋਣਗੀਆਂ, ਜਾਂ ਜਿਹੜਾ ਸਾਨੂੰ ਜਦੋਂ ਇਹ ਪੜ੍ਹਾਇਆ ਜਾਊਗਾ ਸੰਵਿਧਾਨ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹਿਸਟਰੀ ਤਾਂ ਰਹੂਗੀ ਕਿ ਜਿਹੜੀ ਤੁਹਾਡਾ ਕੋਵਿਡ ਹੋਇਆ ਸੀ, ਕਿੰਨੇ ਲੋਕ ਮਾਰੇ ਗਏ ਸੀਗੇ, ਕੀ ਉਹਨਾਂ ਦਾ ਹਾਲ ਹੋਇਆ ਸੀਗਾ, ਕਿਸਾਨਾਂ ਦੀ ਕੀ ਦੁਰਗਤੀ ਹੋਈ ਸੀਗੀ, ਪਾਰਲੀਮੈਂਟ ਕਿੱਦਾਂ ਚੱਲਦੀ ਸੀਗੀ, ਕਿਸਾਨ ਕਾਨੂੰਨ ਕਿੱਦਾਂ ਬਣੇ ਸੀਗੇ, ਕਿਸ ਤਰੀਕੇ ਦੇ ਨਾਲ NCERT ਦਾ ਸਿਲੇਬਸ ਬਦਲਿਆ ਗਿਆ ਸੀ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਇਹ ਇੱਕ ਸੋਚੀ ਸਮਝੀ ਜਿਹੜੀ ਹੈਗੀ ਇੱਕ ਰਣਨੀਤੀ ਹੈ। ਸੋਚੀ ਸਮਝੀ ਰਣਨੀਤੀ ਤਾਂ ਨਹੀਂ ਕਹਿ ਸਕੂੰਗਾ, ਰਾਜਨੀਤੀ ਆ। ਰਣਨੀਤੀ ਥੋੜ੍ਹਾ ਜਿਹਾ ਵੱਡੀ ਗੱਲ ਹੁੰਦੀ ਆ, ਇਹ ਰਾਜਨੀਤੀ ਆ। ਪਰ ਪੈਟੀ ਪੋਲੀਟੀਕਲ ਜਿਹੜਾ ਗੇਮਸ ਵਾ, ਅਤੇ ਜਿਹੜੇ ਸਾਡੇ ਮੁੱਖ ਮੁੱਦੇ ਹੈਗੇ ਆ ਉਹਨਾਂ ਤੋਂ ਧਿਆਨ ਹਟਾ ਕੇ ਆਪਣੀ ਵਾਹ ਜਿਹੜੀ ਹੈਗੀ ਆ, ਉਹ ਜਿਹੜੀ ਖਾਸ ਕਰਕੇ G20 ਵਾਲਾ ਜੋ ਤੁਸੀਂ ਦੇਖਿਆ ਸਾਡਾ ਰੌਲਾ ਗੋਲਾ ਪੈ ਰਿਹਾ ਦਿੱਲੀ ਦੇ ਵਿੱਚ, ਕਿੱਦਾਂ ਗਰੀਬ ਲੋਕਾਂ ਨੂੰ ਗਰੀਬੀ ਹਟਾਉਣ ਦੀ ਬਜਾਏ ਜਿਹੜੀ ਆ ਗਰੀਬੀ ਜਿਹੜੀ ਹੈਗੀ ਆ ਢੱਕੀ ਜਾ ਰਹੀ ਆ, ਔਰ ਕਿਸ ਤਰੀਕੇ ਦੇ ਨਾਲ ਉੱਥੇ ਜਿਹੜਾ ਦਿੱਲੀ ਦੇ ਵਿੱਚ ਖਾਸ ਕਰਕੇ ਜਿਹੜਾ ਹਾਰਟ ਆਫ ਦਿੱਲੀ ਆ, ਕੀ ਵਰਤਾਰਾ ਹੋ ਰਿਹਾ ਵਾ ਔਰ ਕੀ ਇਮਰਜੈਂਸੀ ਦੇ ਰਹੇ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਕੋਈ ਜਿਹੜੀਆਂ ਹੁੰਦੀਆਂ ਜਿੱਦਾਂ ਕਹਿੰਦੇ ਨੇ ਅੱਖਾਂ ਥੱਲੇ ਅੱਗ ਦੱਬ ਲੈਂਦੇ ਆ, ਇਹ ਮੁੱਦੇ ਅਸੀਂ ਜਿਹੜੇ ਅਸੀਂ ਇਹਨੂੰ ਦਬਾ ਲਵਾਂਗੇ। ਤੁਸੀਂ ਦੇਖਿਆ ਹੋਣਾ ਕਿ ਟਰੰਪ ਸਾਹਿਬ ਆਏ ਸੀ ਅਤੇ ਕਿੱਦਾਂ ਗੁਜਰਾਤ ਦੇ ਵਿੱਚ ਅਹਿਮਦਾਬਾਦ 'ਚ ਜਿਹੜੀਆਂ ਬਸਤੀਆਂ ਸੀ ਉਹਨਾਂ ਨੂੰ ਢੱਕਿਆ ਗਿਆ ਸੀਗਾ। ਸੋ ਉਹਨਾਂ ਨੂੰ ਜ਼ਿਆਦਾ ਪਤਾ ਹੈ, ਆਲਟਰਨੇਟਿਵ ਮੀਡੀਆ ਹੈਗਾ। ਨਾਲ ਸਭ ਤੋਂ ਵੱਡੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਜਿੱਥੇ ਫਰੀਡਮ ਖਾਸ ਕਰਕੇ ਜਦੋਂ ਦੋ ਵੱਡੇ ਲੀਡਰ ਮਿਲਦੇ ਆ, ਇੱਕ ਤਾਂ ਜਿਹੜੇ ਦੁਨੀਆ ਦਾ ਆਪਣੇ ਆਪ ਨੂੰ ਦੇਖੋ, ਪਹਿਲੀ ਗੱਲ ਤਾਂ ਕੋਈ ਵੀ ਕੰਟਰੀ ਡੈਮੋਕ੍ਰੇਟਿਕ ਨਹੀਂ ਹੈਗਾ ਇਨ ਰੀਅਲ ਸੈਂਸ ਦੇ ਵਿੱਚ। ਅਸੀਂ ਕਹਿ ਲਈਏ ਅਸੀਂ ਬਹੁਤ ਵੱਡੇ ਡੈਮੋਕ੍ਰੇਟਿਕ ਹੈਗੇ ਹਾਂ, ਮਨੀਪੁਰ 'ਚ ਕੀ ਹੋ ਰਿਹਾ, ਸਾਡੇ ਆਪਣੇ ਕੀ ਹੋ ਰਿਹਾ, ਜਦੋਂ ਪ੍ਰੈਸ ਕਾਨਫਰੰਸ ਨਹੀਂ ਹੁੰਦੀ, ਜਦੋਂ ਤੁਹਾਡਾ ਹੈੱਡ ਆਫ ਦਾ ਸਟੇਟ ਜਾਂ ਹੈੱਡ ਆਫ ਦਾ ਗਵਰਨਮੈਂਟ ਜਿਹੜਾ ਹੈਗਾ ਵਾ, ਜੋ ਤੁਹਾਡੀ ਮੀਟਿੰਗ ਹੋਈ, ਇਹ ਫਾਰਮਲ ਗੱਲ ਹੁੰਦੀ ਹੈ। ਇਹ ਆਮ ਤੌਰ 'ਤੇ ਇੱਕ ਰਵਾਇਤ ਹੁੰਦੀ ਆ ਕਿ ਜੋ ਗੱਲਬਾਤ ਹੋਈ ਹੈ ਠੀਕ ਆ, ਤੁਸੀਂ ਸਾਰੀ ਗੱਲਬਾਤ ਪਬਲਿਕ ਡੋਮੇਨ 'ਚ ਨਹੀਂ ਲਿਆਉਣੀ ਹੁੰਦੀ, ਪਰ ਯੂ ਫੇਸ ਦਾ ਕੁਐਸਚਨਸ। ਔਰ ਤੁਸੀਂ ਦੇਖਿਆ ਹੋਣਾ ਕਿ ਇਹ ਇੰਡੀਅਨ ਜਿਹੜਾ ਸਰਕਾਰ ਸੀਗੀ, ਹੁਣ ਬਾਈਡਨ ਸਾਹਿਬ ਕਹਿ ਰਹੇ ਆ ਕਿ ਤਾਈਵਾਨ 'ਚ ਜਾ ਕੇ ਪ੍ਰੈਸ ਕਾਨਫਰੰਸ ਕਰਨਗੇ। ਇਹ ਸਾਡੇ ਵਾਸਤੇ, ਮੈਂ ਆਪਣੇ ਵਾਸਤੇ ਕਹਿੰਦਾ, ਦੇਸ਼ ਵਾਸਤੇ ਇੱਕ ਬਹੁਤ ਵੱਡੀ ਨਮੋਸ਼ੀ ਦੀ ਗੱਲ ਆ। ਅਤੇ ਜਿਹੜੀਆਂ ਅਸੀਂ ਇਹ ਡੀਂਗਾ ਮਾਰਦੇ ਹਾਂ ਕਿ ਅਸੀਂ ਬਹੁਤ ਡੈਮੋਕ੍ਰੇਟਿਕ ਹੈਗਾ, ਫਰੀਡਮ ਆਫ ਸਪੀਚ ਹੈਗੀ ਆ, ਇੰਡੀਵਿਜੂਅਲ ਲਿਬਰਟੀ ਹੈਗੀ ਆ, ਇਹ ਆਪਣੇ ਆਪ ਹੀ ਸਾਰਾ ਉਹਦਾ ਪੋਲ ਖੋਲ੍ਹ ਦਿੰਦੀ ਆ। ਅਤੇ ਮੈਨੂੰ ਲੱਗਦਾ ਕਿ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਇਹਨੂੰ ਢੱਕਣ ਵਾਸਤੇ ਜੋ ਪਿਛਲੇ ਸਾਲਾਂ ਦੇ ਵਿੱਚ ਬੁਰੇ ਕੰਮ ਹੋਏ ਆ, ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਗਈ ਆ, ਜਾਂ ਜਿਸ ਤਰੀਕੇ ਦੇ ਨਾਲ ਅਕਲੀਅਤ ਦੇ ਨਾਲ, ਜਾਂ ਜਿਸ ਤਰੀਕੇ ਨਾਲ ਸਰਕਾਰਾਂ ਨੇ ਇੱਕ ਬਲਡੋਜ਼ਰ ਸਿਸਟਮ ਲਿਆ ਕੇ ਜਿਹੜੀ ਆਪੋਜੀਸ਼ਨ ਦੀ ਆਵਾਜ਼ ਸੀਗੀ, ਜਾਂ ਜਿਹੜੀ ਤੁਹਾਡੀ ਡਿਫਰੈਂਟ ਜਾਂ ਡਾਈਸੈਂਟ ਸੀ ਜਾਂ ਓਪੀਨੀਅਨ ਨੂੰ ਜਿਹੜਾ ਸੀਗਾ, ਉਹਨੂੰ ਜਿਸ ਤਰੀਕੇ ਨਾਲ ਦਬਾ ਕੇ ਰੱਖਿਆ। ਸੋ ਸੇਖੋ ਸਾਹਿਬ, ਤੁਹਾਡੇ ਕਹਿਣ ਦੇ ਮੁਤਾਬਿਕ ਇਹ ਸਭ ਪ੍ਰੈਕਟੀਕਲ ਨਹੀਂ ਹੈ, ਕਿਉਂਕਿ ਜਨਤਾ ਦੇ ਵਿੱਚ ਇਹ ਡਿਬੇਟ ਹੈ ਕਿ ਨੋਟਾਂ ਦੇ ਉੱਤੇ ਵੀ ਰਿਜ਼ਰਵ ਬੈਂਕ ਆਫ ਇੰਡੀਆ ਲਿਖਿਆ ਹੋਇਆ ਹੈ, ਔਰ ਫਿਰ ਤੋਂ ਨੋਟ ਬਦਲੀ ਹੋਏਗੀ, ਨੋਟ ਬਦਲੇ ਜਾਣਗੇ, ਫਿਰ ਤੋਂ ਲਾਈਨਾਂ 'ਚ ਲੱਗਣਾ ਪਏਗਾ। ਸੋ ਇਟ ਇਜ਼ ਨਾਟ ਪ੍ਰੈਕਟੀਕਲ। ਔਰ ਕਿਤੇ ਨਾ ਕਿਤੇ ਸੇਖੋ ਸਾਹਿਬ, ਜਿੱਦਾਂ ਤੁਸੀਂ ਪੋਲੀਟਿਕਸ ਦੀ ਗੱਲ ਕੀਤੀ ਹੈ ਕਿ ਇੱਕ ਪੈਟੀ ਪੋਲੀਟਿਕਸ ਹੈ, ਜਿੱਦਾਂ ਤੁਸੀਂ ਵਿਰੋਧੀ ਧਿਰਾਂ ਦੀ ਗੱਲ ਕੀਤੀ ਹੈ ਕਿ ਇੱਕ ਇੰਡੀਆ ਫਰੰਟ ਖੜਾ ਹੋਇਆ ਹੈ, ਸੋ ਉਹਦੇ ਵਿੱਚ ਆਪਾਂ ਇਹ ਅਗਰ ਡਿਸਕਸ ਕਰੀਏ ਕਿ ਕਿਤੇ ਇਹ ਫਰੰਟ ਜੋ ਖੜਾ ਹੋਇਆ ਓਪੋਜੀਸ਼ਨ ਦੇ ਵਿੱਚ, ਉਹਨੂੰ ਥੱਲੇ ਲਾਉਣ ਵਾਸਤੇ ਤਾਂ ਇੱਕ ਸ਼ਗੂਫਾ ਤਾਂ ਨਹੀਂ ਛੱਡਿਆ ਗਿਆ। ਐਟ ਪ੍ਰੈਜ਼ੈਂਟ ਜੋ ਸਰਕਾਰ ਇਸ ਵਕਤ ਪਾਵਰ ਦੇ ਵਿੱਚ ਹੈ, ਉਹਨਾਂ ਵੱਲੋਂ ਕੋਈ ਸ਼ਗੂਫਾ ਛੱਡਿਆ ਗਿਆ ਹੋਵੇ ਕਿ ਇੱਦਾਂ ਨਾਮ ਚੇਂਜ ਕਰਨਾ ਹੈ, ਤਾਂ ਕਿ ਲੋਕਾਂ ਦਾ ਧਿਆਨ ਇੰਡੀਆ ਫਰੰਟ ਵੱਲੋਂ ਹਟ ਕੇ ਇਸ ਮੁੱਦੇ 'ਤੇ ਆ ਜਾਵੇ। ਸੇਖੋ ਸਾਹਿਬ ਜੀ, ਹਿਸਟਰੀ ਇੱਕ ਵਿਟਨੈਸ ਹੈਗੀ ਆ।
ਹਿਸਟਰੀ ਸਿਰਫ ਗ੍ਰੇਵ ਯਾਰਡ ਨਹੀਂ ਹੁੰਦੀ ਫੈਕਟਸ ਦਾ। ਹਿਸਟਰੀ ਤੋਂ ਬਹੁਤ ਸਾਰੇ ਲੈਸਨ ਲਏ ਜਾ ਸਕਦੇ ਆ। 71 ਦੇ ਵਿੱਚ ਇੰਦਰਾ ਗਾਂਧੀ ਨੇ ਇੱਕ ਨਾਰਾ ਦਿੱਤਾ ਸੀ, ਗਰੀਬੀ ਹਟਾਓ। ਉਹਦੇ ਬੇਸਿਸ ਦੇ ਉੱਤੇ ਉਹਨੇ ਬਹੁਤ ਸਾਰੀ ਆਪਣੀ ਮੈਜੋਰਟੀ ਲੈ ਲਈ ਸੀਗੀ। ਔਰ 77 ਤੱਕ ਆਉਂਦਿਆਂ ਤੁਸੀਂ ਦੇਖੋ ਵੀ ਉਹ ਕਿਸ ਤਰੀਕੇ ਦੇ ਨਾਲ ਲੋਕਾਂ ਨੇ ਉਹਨੂੰ ਸਾਰਾ ਬਦਲ ਦਿੱਤਾ ਸੀਗਾ ਜੀ। ਔਰ ਉਸ ਸਮੇਂ ਦੇ ਵਿੱਚ ਖਾਸ ਕਰਕੇ ਐਮਰਜੈਂਸੀ ਲੱਗੀ ਸੀਗੀ। ਅਪੋਜੀਸ਼ਨ ਲੀਡਰ ਜਿਹੜੇ ਸੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁੱਟਿਆ ਗਿਆ ਸੀਗਾ। ਅਥੋਰੀਟੇਰੀਅਨ ਰਜੀਮ, ਅਥੋਰੀਟੇਰੀਅਨ ਟੈਂਡੈਂਸੀ, ਉਹ ਫਾਰਮਲ ਐਮਰਜੈਂਸੀ ਸੀਗੀ ਜੀ। ਹੁਣ ਗਾਹੇ ਬਗਾਹੇ ਮੰਨੋ ਨਾ ਮੰਨੋ ਤੁਸੀਂ, ਦੇਸ਼ ਵਿਦੇਸ਼ ਦੇ ਵਿੱਚ ਸਭ ਨੂੰ ਪਤਾ ਹੈ ਕਿ ਅਨਡਿਕਲੇਅਰਡ ਐਮਰਜੈਂਸੀ ਹੈਗੀ। ਕੀ ਹੋ ਰਿਹਾ ਅਪੋਜੀਸ਼ਨ ਲੀਡਰਸ ਦੇ ਨਾਲ? ਤੁਸੀਂ ਜਿਹੜੀ ਰੂਲਿੰਗ ਪਾਰਟੀ ਹੈਗੀ ਆ ਉਹਦੇ ਵਿੱਚ ਚਲੇ ਜਾਂਦੇ ਹੋ, ਤੁਸੀਂ ਬਿਲਕੁਲ ਸਾਫ਼ ਸੁਥਰੇ ਹੋ ਜਾਂਦੇ ਜੋ ਜੀ। ਸੋ ਮੇਰਾ ਕਹਿਣ ਤੋਂ ਭਾਵ ਕਲੀਅਰ ਹੈਗਾ ਕਿ ਇਹਦੇ ਨਾਲ ਬਹੁਤਾ ਫਰਕ ਨਹੀਂ ਪੈਂਦਾ। ਲੱਗਦਾ ਹੈ ਕਿ ਲੋਕਾਂ ਨੇ ਮਨ ਬਣਾ ਲਿਆ, ਇਹਨਾਂ ਨੂੰ ਪਤਾ ਲੱਗ ਗਿਆ। ਔਰ ਇਸ ਕਰਕੇ ਲਾਸਟ ਰਿਜ਼ੋਰਟ ਹੁੰਦਾ ਪੋਲਿਟਿਕਸ ਦੇ ਵਿੱਚ। ਪੋਲਿਟਿਕਸ ਨੂੰ ਆਮ ਤੌਰ ਤੇ ਕਹਿੰਦੇ ਆਰਟ ਆਫ ਦਾ ਪੋਸੀਬਲ ਹੈ ਕਿ ਤੁਸੀਂ ਕੋਈ ਨਾ ਕੋਈ ਜਿਹੜਾ ਹੈਗਾ ਇਦਾਂ ਦਾ ਜਗਾ ਲਓ। ਇਹ ਵੀ ਆਏ ਸੀ 2014 ਦੇ ਵਿੱਚ, ਕਿਹੜੇ ਵਾਅਦੇ ਸੀ ਇਹਨਾਂ ਦੇ ਜੀ। ਤੁਸੀਂ ਦੇਖੋ ਕਿਸ ਕਿਸਮ ਦੇ ਇਕਨੋਮਿਕ ਵਾਅਦੇ ਕੀਤੇ ਸੀ। ਤੁਹਾਨੂੰ ਪਤਾ ਹੋਣਾ ਡੀਮੋਨਟਾਈਜੇਸ਼ਨ ਵਾਸਤੇ ਕਰੀ ਸ਼ਾਇਦ ਪ੍ਰਾਈਮ ਮਿਨਿਸਟਰ ਨੇ ਕਿਹਾ ਸੀ ਕਿ ਮੈਨੂੰ ਚੁਰਾਹੇ ਤੇ ਖੜਾ ਕਰਕੇ ਜੇ ਲੋਕਾਂ ਦੇ ਹਾਲਾਤ ਠੀਕ ਨਹੀਂ ਹੁੰਦੇ ਤੇ ਮੈਨੂੰ ਜੋ ਸਜ਼ਾ ਦੇਣੀ ਆ ਤੁਸੀਂ ਦੇ ਦਿਓ। ਉਹਨਾਂ ਤੋਂ ਕੁਝ ਹੋਰ ਅੱਗੇ ਪਾਸੇ ਕਿਹਾ ਸੀਗਾ ਜੀ। ਬਿਲਕੁਲ ਹੋਰ ਕਈ ਕਿਸਮ ਦੇ ਜਿਹੜੇ ਵਾਅਦੇ ਲੋਕਾਂ ਦੇ ਨਾਲ ਕੀਤੇ ਸੀਗੇ। ਔਰ ਅਲਟੀਮੇਟਲੀ ਰਿਜ਼ਲਟ ਕੀ ਹੋਇਆ ਤੁਹਾਡੇ ਸਾਹਮਣੇ ਆ। ਲੋਕਾਂ ਦੇ ਵਿੱਚ ਲੋਕਾਂ ਦੀ ਆਰਥਿਕ ਹਾਲਤ ਕਮਜ਼ੋਰ ਹੋ ਰਹੀ ਆ। ਕਿਹੜੇ ਲੋਕ ਕਰੋਨੀ ਕੈਪੀਟਲਿਜ਼ਮ ਨੂੰ ਜਿਹੜਾ ਹੈਗਾ ਬਿਲਕੁਲ ਬੈਕ ਕੀਤਾ ਜਾਂਦਾ। ਅਡਾਨੀ ਦੇ ਕੇਸ 'ਚ ਕੀ ਹੋਇਆ? ਬਾਹਰੋਂ ਰਿਪੋਰਟਾਂ ਆਈਆਂ, ਕਿੰਨਾ ਕੋ ਪੈਸਾ ਜਾ ਰਿਹਾ, ਕਿਹੜੇ ਲੋਕ ਪੈਸਾ ਲੈ ਕੇ ਬਾਹਰ ਦੌੜ ਰਹੇ ਆ। ਦੂਸਰੇ ਪਾਸੇ ਤੇ ਕਿਸਾਨ ਸੁਇਸਾਈਡ ਕਰ ਰਹੇ ਆ, ਮਜ਼ਦੂਰੀ ਨਹੀਂ ਮਿਲ ਰਹੀ ਉਹਨਾਂ ਨੂੰ। ਇਨਫੋਰਮਲ ਸੈਕਟਰ ਨੂੰ ਤੁਸੀਂ ਜਿਹੜਾ ਤਕੜਾ ਕਰ ਰਹੇ ਹੋ, ਇੰਪਲਾਇਮੈਂਟ ਵਾਲਾ ਪਾਰਟ ਨਹੀਂ ਹੈਗਾ। ਜਿਹੜੀ ਇੰਪਲਾਇਮੈਂਟ ਹੈਗੀ ਉਹ 'ਚ ਸੋਸ਼ਲ ਸਿਕਿਉਰਿਟੀ ਨਹੀਂ ਹੈਗੀ। ਜਾਂ ਜਿਸ ਕਿਸਮ ਦੀ ਇੰਪਲਾਇਮੈਂਟ ਹੋ ਰਹੀ ਆ ਉਹ ਵੀ ਬਹੁਤ ਵੱਡਾ ਕੁਐਸਚਨ ਮਾਰਕ ਆ। ਕੌਣ ਇੰਪਲਾਇਮੈਂਟ ਲੈ ਰਿਹਾ? ਕੌਣ ਵੱਡੀਆਂ ਵੱਡੀਆਂ ਸੰਸਥਾਵਾਂ ਦੇ ਜਿਹੜੇ ਹੈਗੇ ਹੈਡ ਲੱਗ ਰਹੇ ਆ? ਤੁਸੀਂ ਦੇਖਿਆ ਹੋਣਾ ਥੋੜ੍ਹੇ ਦਿਨ ਪਹਿਲੋਂ ਇੱਕ ਮੰਡੀ ਦੇ ਇੱਕ ਬਹੁਤ ਜਿਹੜੀ ਪ੍ਰੈਸਟੀਜੀਅਸ ਇੰਸਟੀਟਿਊਸ਼ਨ ਹੈਗੀ ਆ, ਜਿਹੜੀ ਸਾਡੀ ਕਿਸ ਸਮੇਂ ਦੇ ਵਿੱਚ ਬੈਕਨ ਹਾਊਸ ਹੁੰਦਾ ਸੀ IIT, ਉਹਦੇ ਡਾਇਰੈਕਟਰ ਸਾਹਿਬ ਨੇ ਕੀ ਲੌਜਿਕ ਦਿੱਤਾ ਵੀ ਹੜ੍ਹ ਕਿਉਂ ਆਉਂਦੇ ਆ ਜੀ। ਕਿਸ ਕਿਸਮ ਦੇ ਲੋਕ, ਕਿ ਰੈਸ਼ਨੈਲਿਟੀ ਕਿੱਥੇ ਆ, ਲੌਜਿਕ ਕਿੱਥੇ ਆ? ਤਾਂ ਮੈਨੂੰ ਇਹ ਲੱਗਦਾ ਕਿ ਹੁਣ ਅਲਟੀਮੇਟਲੀ ਉਹ ਸਰਕਲ ਹੌਲੀ ਹੌਲੀ ਫੁੱਲ ਹੋਣ ਜਾ ਰਿਹਾ। ਮੈਂ ਨਹੀਂ ਕਹਿੰਦਾ ਵੀ ਇਹ ਜਿਹੜਾ ਆਪੋਜੀਸ਼ਨ ਪਾਰਟੀ ਵਾਸਤੇ ਬਹੁਤ ਸੌਖਾ। ਆਪੋਜੀਸ਼ਨ ਪਾਰਟੀ ਦੇ ਵਿੱਚ ਵੀ ਬਹੁਤ ਦਾਗੀ ਲੋਕ ਬੈਠੇ ਆ। ਆਪੋਜੀਸ਼ਨ ਪਾਰਟੀ ਦੇ ਵਿੱਚ ਵੀ ਉਹ ਲੋਕ ਬੈਠੇ ਆ ਜਿਨ੍ਹਾਂ ਨੇ ਸਿਸਟਮ ਨੂੰ ਤਬਾਹ ਕਰਨ ਦੇ ਵਿੱਚ ਆਪਣਾ ਵੱਡਾ ਰੋਲ ਪਲੇ ਕੀਤਾ ਵਾ। ਪਰ ਅਲਟੀਮੇਟ ਜਿਹੜਾ ਹੁਣ ਇਸ ਵੇਲੇ ਚੈਲੰਜ ਹੈਗਾ ਲੋਕਾਂ ਨੂੰ, ਜਾਂ ਜਿਹੜਾ ਖਾਸ ਕਰਕੇ ਸੰਸਥਾਵਾਂ ਨੂੰ, ਘੱਟੋ ਘੱਟ ਮੈਨੂੰ ਇਹ ਲੱਗਦਾ ਹੈਗਾ ਕਿ ਉਹ ਬਹੁਤ ਵੱਡਾ ਹੈ। ਔਰ ਇਹ ਬਾਈ ਚਾਂਸ ਇਸ ਰੁਝਾਨ ਨੂੰ ਨਾ ਰੋਕਿਆ ਗਿਆ ਤੇ ਫਿਰ ਇਹ ਜਿਹੜੀਆਂ ਟੈਂਡੈਂਸੀਜ਼ ਪੈਦਾ ਹੋ ਰਹੀਆਂ, ਜਿਹੜੀ ਡਿਵੀਜ਼ਨ ਪੈਦਾ ਹੋ ਰਹੀ, ਨੂਹੂ ਦੇ ਵਿੱਚ ਕੀ ਹੋਇਆ ਸੀਗਾ ਜਾਂ ਹੋਰਨਾਂ ਥਾਵਾਂ ਤੇ ਕੀ ਹੋ ਰਿਹਾ ਵਾ, ਜਾਂ ਸਰਕਾਰਾਂ ਕਿਸ ਕਿਸਮ ਦਾ ਏਜੰਡਾ ਲੈ ਕੇ ਚੱਲ ਰਹੀਆਂ ਵਾ, ਜਾਂ ਕਿਉਂ ਦੋ ਡਿਫਰੈਂਟ ਲੋਕਾਂ ਦੇ ਉੱਤੇ ਜਾਂ ਕਮਿਊਨਿਟੀ ਨੂੰ ਬਿਲੋਂਗ ਕਰਨ ਵਾਲੇ ਲੋਕਾਂ ਦੇ ਉੱਤੇ ਦੋ ਡਿਫਰੈਂਟ ਜਿਹੜੇ ਕਾਨੂੰਨ ਲਾਗੂ ਹੁੰਦੇ ਆ। ਇੱਕ ਤਾਂ ਪੱਤਰਕਾਰ ਪਹੁੰਚਦਾ ਵੀ ਨਹੀਂ ਉੱਥੇ, ਉਹਨੂੰ UAP 'ਚ ਬੰਦ ਕਰਤਾ ਜਾਂਦਾ। ਇੱਕ ਤੁਹਾਡੇ ਟੀਚਰ ਹੈਗੀ ਆ ਕਿ ਇੱਕ ਮਿਨੋਰਟੀ ਕਮਿਊਨਿਟੀ ਦੇ ਬੱਚੇ ਨੂੰ ਜਿਹੜਾ ਹੈਗਾ ਉਹ ਦੂਸਰਿਆਂ ਕੋਲ ਕਟਵਾਉਣ ਡਈ ਆ, ਉਹਨੂੰ ਅਗਲੇ ਦਿਨ ਬੇਲ ਮਿਲ ਜਾਂਦੀ ਹੈ। ਬਹੁਤ ਸਾਰੀਆਂ ਐਗਜ਼ਾਮਪਲਸ ਹੈਗੀਆਂ, ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣ ਡਿਆ ਇਸ ਤਰੀਕੇ ਦੇ ਨਾਲ। ਸੋ ਮੇਰਾ ਕਹਿਣ ਤੋਂ ਹੈਗਾ ਵਾ ਕਿ ਇਹ ਸਾਰਾ ਇੱਕ ਏਜੰਡਾ ਹੈ, ਸੋਚੀ ਸਮਝੀ। ਹੋ ਸਕਦਾ G20 ਦੇ ਵਿੱਚ ਹੋਰ ਮੁੱਦੇ ਖੜੇ ਹੋ ਜਾਂਦੇ, ਲੋਕਾਂ ਦੇ ਮੁੱਦੇ ਤਾਂ ਖੜੇ ਹੋ ਗਏ ਕਿ ਜਿਹੜੇ ਪੱਤਰਕਾਰ ਬਾਹਰੋਂ ਆਏ ਆ ਉਹ ਹਯਾਤ ਜਾਂ ਤਾਜ ਦੇ ਵਿੱਚ ਥੋੜੇ ਰੁਕੇ ਆ। ਉਹ ਤੇ ਫਿਰ ਉੱਥੇ ਦੂਸਰੇ ਹੋਰ ਏਰੀਆ 'ਚ ਵੀ ਜਾਣਗੇ, ਉੱਥੇ ਵੀ ਜਾ ਕੇ ਦੇਖਣਗੇ ਕਿ ਕਿੱਦਾਂ ਜਿਹੜੇ ਗਰੀਬ ਲੋਕਾਂ ਦੀ ਇਨਸਰਕਲਮੈਂਟ ਕੀਤੀ ਗਈ ਆ, ਕਿੱਦਾਂ ਜਿਹੜੇ ਹੈਗੇ ਖਾਸ ਕਰਕੇ ਆ ਜਿਹੜੇ ਸਾਡੇ ਦੂਸਰੇ ਆਪਣੇ ਜਾਨਵਰ ਹੈਗੇ ਉਹਨਾਂ ਨੇ ਟਰੀਟ ਕੀਤਾ ਜਾ ਰਿਹਾ ਹੈ। ਸੋ ਇਸ ਕਰਕੇ ਇਹ ਸਾਰਾ ਜਿਹੜਾ ਰਾਮ ਰੌਲਾ ਹੈ, ਹੋ ਸਕਦਾ ਇਹਨਾਂ ਨੂੰ ਲੱਗਦਾ ਹੋਵੇ ਸਾਡੀ ਬੱਲੇ ਬੱਲੇ ਆ, ਬੱਲੇ ਬੱਲੇ ਨਹੀਂ ਹੁੰਦੀ। ਦੂਸਰੀ ਗੱਲ ਹੈ ਅਮਰੀਕਾ ਦੀ, ਆਪਾਂ ਗੱਲ ਕਰਦੇ, ਦੋ ਵੱਡੇ ਲੀਡਰ ਇੱਥੇ ਨਹੀਂ ਆਏ। ਚਾਈਨਾ ਇਸ ਵੇਲੇ ਨਹੀਂ ਆਇਆ, ਪੂਤਨ ਦੇ ਕਾਰਨ ਹੋਰ ਹੋ ਸਕਦੇ ਨਹੀਂ ਆਇਆ। ਅਮਰੀਕਾ ਵਪਾਰੀ ਹੈ, ਅਮਰੀਕਾ ਵਰਲਡ ਬੈਂਕ ਦੇ ਬੰਦੇ ਨੂੰ ਨਾਲ ਲੈ ਕੇ ਆਇਆ ਇੱਥੇ ਹੈ। ਉਹ ਜਿਹੜੀ ਬਿਹਾਈਂਡ ਦਾ ਜਿਹੜੀ ਕਾਟਨ ਡਿਪਲੋਮੈਸੀ ਉਹ ਚਲਾਉਣਗੇ ਉਹਦੇ ਵਿੱਚੋਂ। ਉਹਨੂੰ ਪਤਾ ਇੰਡੀਆ ਇੱਕ ਬਹੁਤ ਵੱਡੀ ਮੰਡੀ ਆ। ਇਸੇ ਤਰੀਕੇ ਦਾ ਤੁਸੀਂ ਦੇਖਿਆ ਹੋਣਾ ਕਿ ਟ੍ਰੀਟਮੈਂਟ ਟਰੰਪ ਸਾਹਿਬ ਨਾਲ ਕੀਤਾ ਗਿਆ ਸੀਗਾ। ਔਰ ਜਿਹੜੀ ਤੁਹਾਡੇ ਅਮਰੀਕਾ ਦੇ ਵਿੱਚ ਮੋਦੀ ਹੋਡੀ ਜਿਹੜੀ ਇੱਕ ਬਹੁਤ ਵੱਡਾ ਕਨਵੈਨਸ਼ਨ ਹੋਈ ਸੀਗੀ, ਉਹ ਵੀ ਇਸੇ ਹੀ ਕੰਟੀਨਿਊਟੀ ਦਾ ਏਜੰਡਾ ਸੀਗਾ। ਤਾਂ ਬਾਈਡਨ ਸਾਹਿਬ ਜਿਹੜਾ ਤੁਸੀਂ ਗੱਲ ਸ਼ੁਰੂ ਕੀਤੀ ਸੀਗੀ, ਉਹ ਕਰਕੇ ਜਾਣਗੇ ਨਹੀਂ। ਇੰਟਰਸਟ ਉਹਨਾਂ ਲਈ ਸਭ ਤੋਂ ਜਿਹੜੇ ਇੰਪੋਰਟੈਂਟ ਹੈਗੇ। ਵੈਸੇ ਤਾਂ ਹਰ ਦੇਸ਼ ਲਈ ਜਿਹੜਾ ਨੈਸ਼ਨਲ ਇੰਟਰਸਟ ਆ ਬਹੁਤ ਇੰਪੋਰਟੈਂਟ ਹੁੰਦਾ ਹੈ, ਪਰ ਜਿਸ ਤਰੀਕੇ ਦੇ ਨਾਲ ਅਸੀਂ ਆਪਣੇ ਆਪ ਨੂੰ ਮਾਰਕੀਟ ਦੇ ਵਿੱਚ ਸੁੱਟ ਰਹੇ ਹਾਂ, ਜਿਸ ਤਰੀਕੇ ਦੇ ਨਾਲ ਅਸੀਂ ਜਿਹੜਾ ਖਾਸ ਕਰਕੇ ਇੱਕ ਕਰੋਨੀ ਕੈਪੀਟਲਿਜ਼ਮ ਨੂੰ ਇਨਵਾਈਟ ਕਰ ਰਹੇ ਹਾਂ, ਜਿਸ ਤਰੀਕੇ ਨਾਲ ਕਿਸਾਨੀ ਨੂੰ ਤਬਾਹ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ, ਕਾਰਪੋਰੇਟਾਈਜੇਸ਼ਨ ਕੀਤੀਆਂ ਜਾ ਰਹੀਆਂ, ਜਾਂ ਜਿਸ ਤਰੀਕੇ ਦੇ ਨਾਲ ਪ੍ਰਾਈਵੇਟਾਈਜੇਸ਼ਨ ਹੋ ਰਿਹਾ ਵਾ,
ਇਹ ਅਲਟੀਮੇਟਲੀ ਉਸ ਵਿਚਾਰਧਾਰਾ ਨੂੰ, ਜਿਹੜੀ ਵਿਚਾਰਧਾਰਾ ਕਿਸੇ ਸਮੇਂ ਜਿਹੜੀ ਖਾਸ ਕਰਕੇ ਜਦੋਂ ਦੇਸ਼ ਆਜ਼ਾਦ ਹੋਇਆ ਸੀਗਾ, ਜਾਂ ਜਿਹੜੀ ਵਿਚਾਰਧਾਰਾ ਸਾਡੇ ਫਾਊਂਡਿੰਗ ਫਾਦਰ ਜਿਹੜੇ ਕਨਸਟੀਟਿਊਸ਼ਨ ਬਣਾਉਣ ਵਾਲੇ ਸੀਗੇ, ਉਹਨਾਂ ਦੀ ਵਿਚਾਰਧਾਰਾ ਦੇ ਆਲਮੋਸਟ ਅਪੋਜ਼ਿਟ ਸਾਈਡ ਤੇ ਚੱਲ ਰਹੀ ਆ। ਇਹ ਬਹੁਤਾ ਲੰਮਾ ਸਮਾਂ ਨਹੀਂ ਚੱਲਣੀ। ਤੁਸੀਂ ਦੇਖੋ ਇਹਨਾਂ ਦੀ ਰਾਜਨੀਤੀ ਨੇ ਕਿਸ ਕਿਸਮ ਦੇ ਕੁਐਸਚਨ ਪੈਦਾ ਕੀਤੇ ਆ। ਕਰੁਣਾਨਿਧੀ ਦੇ ਗ੍ਰੈਂਡਸਨ ਨੇ ਜਿਹੜੀ ਸਟੇਟਮੈਂਟ ਦਿੱਤੀ ਆ ਕਿ ਇਹੋ ਜਿਹੀਆਂ ਸਟੇਟਮੈਂਟਾਂ ਦੇ ਨਾਲ ਤੁਸੀਂ ਦੇਸ਼ ਨੂੰ ਇੱਕ ਰੱਸੇ ਨਾਲ ਚਲਾ ਸਕਦੇ ਜੋ, ਤੁਸੀਂ ਦੇਸ਼ ਨੂੰ ਇੱਕ ਨੇਸ਼ਨ ਬਣਾ ਸਕਦੇ ਜੋ, ਕਿ ਦੇਸ਼ ਦੇ ਵਿੱਚ ਇੱਕ ਰੂਲ ਲਿਆ ਸਕਦੇ ਜੋ, ਕਿ ਦੇਸ਼ ਦੇ ਵਿੱਚ ਇੱਕ ਇਲੈਕਸ਼ਨ ਲਿਆ ਸਕਦੇ ਹੋ। ਤੁਸੀਂ ਅਗਲਾ ਏਜੰਡਾ ਦੇਖ ਲਓ ਇਹਨਾਂ ਦਾ। ਇਹ ਪਾਰਲੀਮੈਂਟਰੀ ਨਿਜ਼ਾਮ ਹੈਗਾ ਵਾ। ਇਹਦਾ ਮਤਲਬ ਕਿ ਯੂ ਆਰ ਹੈਲ ਬੈਂਟ ਟੂ ਡਿਸਟਰੋਏ ਦਾ ਇੰਸਟੀਟਿਊਸ਼ਨਸ, ਉਹਨੂੰ ਤਬਾਹ ਕਰੋ, ਫਿਰ ਨਵੀਆਂ ਇੰਸਟੀਟਿਊਸ਼ਨ ਆਪਣੀ ਕਨਵੀਨ ਮੁਤਾਬਕ ਬਣਾਓ, ਪਰ ਉਹਦੇ ਨਾਲ ਦੇਸ਼ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਊਗਾ। ਸਾਊਥ ਦਾ ਜਿਹੜਾ ਹੈਗਾ ਏਜੰਡਾ ਜਿਹੜਾ ਹੈਗਾ ਉਹ ਹੋਰ ਆ। ਸਾਡੀ ਡਿਵਰਸਿਟੀ ਬਹੁਤ ਆ। ਅਸੀਂ 70 ਸਾਲ ਮੂਵ ਕੀਤਾ ਵਾ ਜਿਹੜੀ ਯੂਨਿਟੀ ਇਨ ਡਿਵਰਸਿਟੀ ਦੇ ਨਾਲ, ਸਭ ਨੂੰ ਸਪੇਸ ਦੇ ਕੇ, ਸਭ ਨੂੰ ਨਾਲ ਲੈ ਕੇ। ਤੁਸੀਂ ਦੇਖੋਗੇ ਮਨੀਪੁਰ ਦਾ ਹੁਣ ਪੰਜਾਬ ਦੇ ਨਾਲ ਕੀ ਸੰਬੰਧ ਹੈਗਾ ਵਾ, ਜਾਂ ਕੇਰਲਾ ਦਾ ਜਿਹੜਾ ਹੈਗਾ ਵਾ ਉਹ ਉੱਤੇ ਜਾ ਕੇ ਕਸ਼ਮੀਰ ਦੇ ਨਾਲ ਕੀ ਸੰਬੰਧ ਹੈਗਾ। ਤੋ ਜਿਸ ਤਰੀਕੇ ਦਾ ਇਹਨਾਂ ਦਾ ਏਜੰਡਾ ਹੈ, ਆਈਡੀਆ ਹੈ, ਮੈਨੂੰ ਲੱਗਦਾ ਕਿ ਇਹਦੇ ਨਾਲ ਸਮੱਸਿਆ ਜ਼ਿਆਦੀਆਂ ਪੈਦਾ ਹੋਣਗੀਆਂ। ਇਸੇ ਹੀ ਤੌਖਲੇ ਦੀ ਕਰਕੇ ਹੀ ਜਿਹੜਾ ਇਹ ਇੰਡੀਆ ਬਣਿਆ ਵਾ, ਔਰ ਇਸੇ ਕਰਕੇ ਜਿਹੜਾ ਇੰਡੀਆ ਦੇ ਵਿੱਚ ਨਵੇਂ ਲੀਡਰ ਹੈ ਉਹਨਾਂ ਨੂੰ ਪਤਾ ਇਸ ਗੱਲ ਦਾ ਕਿ ਇਸ ਵੇਲੇ ਸਭ ਤੋਂ ਵੱਡਾ ਸਵਾਲ ਨਹੀਂ ਤੇ ਉਹਨਾਂ ਸਾਹਮਣੇ ਆ ਦੇਸ਼ ਦੀ ਜਿਹੜੀ ਹੈਗੀ ਇੰਟੈਗ੍ਰਿਟੀ ਨੂੰ ਮੇਨਟੇਨ ਕਰਨਾ, ਨਹੀਂ ਤੇ ਲੋਕ ਇਹਨਾਂ ਨੂੰ ਮਾਫ ਨਹੀਂ ਕਰਨਗੇ। ਲੋਕ ਤਾਂ ਆਪਣਾ ਕੋਈ ਨਾ ਕੋਈ ਵੇ ਆਊਟ ਲੱਭ ਹੀ ਲੈਣਗੇ, ਉਹਨਾਂ ਨੂੰ ਬਹੁਤੀ ਘਬਰਾਉਣ ਦੀ ਲੋੜ ਨਹੀਂ ਹੈ। ਸੇਖੋ ਸਾਹਿਬ, ਇੱਥੇ ਤੁਸੀਂ ਇੱਕ ਜ਼ਿਕਰ ਕੀਤਾ ਹੈ ਕਰੁਣਾਨਿਧੀ ਦੇ ਗ੍ਰੈਂਡਸਨ, ਉਹਨਾਂ ਦੀ ਸਟੇਟਮੈਂਟ। ਮੇਰੇ ਦਰਸ਼ਕ ਜਾਣਨਾ ਚਾਹਣਗੇ ਤੁਹਾਡੇ ਵੱਲੋਂ ਕਿ ਉਹ ਸਟੇਟਮੈਂਟ ਹੈ ਕਿ ਜਿਸ ਦੇ ਨਾਲ ਭਾਰਤ ਦੀ ਅਖੰਡਤਾ ਦੇ ਉੱਤੇ ਅਸੀਂ ਰਿਸਕ ਸਮਝਦੇ ਹਾਂ। ਤੁਸੀਂ ਦੇਖੋ ਜਿਹੜਾ ਉਹ ਸ਼ੁਰੂ ਦੇ ਉੱਤੋਂ ਜਿਹੜੀ ਆ ਜਿਹੜਾ ਖਾਸ ਕਰਕੇ ਨਾਰਥ ਦੀ ਡੋਮੀਨੈਂਸ ਜਿਹੜੀ ਹੈਗੀ ਆ, ਸੋ ਉਹ ਨਹੀਂ ਮੰਨਦੇ ਉਹਦੇ। ਹਿੰਦੀ ਜਿਹੜਾ ਹੈਗਾ ਉਹ ਤੁਸੀਂ ਦੇਖਿਆ ਹੋਣਾ ਪੁਰਾਣੇ ਸਮੇਂ ਦੇ ਵਿੱਚ, ਪਿਛਲੇ ਸਮੇਂ 'ਚ ਹੁੰਦਾ ਸੀਗਾ ਕਿ ਜਦੋਂ ਵੀ ਹਿੰਦੀ ਦਾ ਚੈਨਲ ਆਉਂਦਾ ਸੀ ਉਹ ਸਵਿਚ ਔਨ ਕਰ ਦਿੰਦੇ ਸੀ। ਔਰ ਜਦੋਂ ਜਿਹੜੀ ਦਰਾਵੜ ਮਨੇਤਰਾ ਕਾਗਜ਼ਮ ਜਿਹੜੀ ਮੂਵਮੈਂਟ ਨਿਕਲੀ ਸੀਗੀ, ਜਾਂ ਪੈਰੀਆਰ ਦੀ ਜਿਹੜੀ ਵਿਚਾਰਧਾਰਾ ਹੈਗੀ ਆ, ਉਹ ਬੇਸਿਕਲੀ ਜਿਹੜੀ ਇਹ ਡੋਮੀਨੈਂਸ ਹੈਗੀ ਆ ਇਸ ਜਿਹੜੀ ਹਿੰਦੀ ਦੀ, ਜਾਂ ਉਹ ਏਜੰਡਾ ਜਿਹੜਾ ਹੈਗਾ ਉਹਦੇ ਉਹ ਅਗੇਂਸਟ ਹੈਗੀ ਆ। ਇਹ ਲਗਾਤਾਰ ਚੱਲਦਾ ਰਿਹਾ। ਔਰ ਹਮੇਸ਼ਾ ਤੁਸੀਂ ਦੇਖੋ ਕਿ ਖਾਸ ਕਰਕੇ 71 ਤੋਂ ਬਾਅਦ ਉੱਥੇ ਕਦੀ ਵੀ ਜਿਹੜੀਆਂ ਨਾਰਥ ਇੰਡੀਆ ਵਾਲੀਆਂ ਜਿਹੜੀਆਂ ਹੈਗੀਆਂ ਦੂਸਰੀਆਂ ਪਾਰਟੀਆਂ ਹੈਗੀਆਂ, ਜਿਵੇਂ ਤਾਂ ਕਾਂਗਰਸ ਪਾਰਟੀ ਦਾ, ਕਦੀ ਵੀ ਉਹਦੇ ਵਿੱਚ ਜਾ ਕੇ ਉਹ ਕਾਮਯਾਬ ਨਹੀਂ ਹੋ। ਉਹਦਾ ਰੀਜਨਲਿਜ਼ਮ ਬਹੁਤ ਸਟਰੋਂਗ ਹੈਗਾ, ਉਹਦੀ ਲੈਂਗੁਏਜ ਬਹੁਤ ਸਟਰੋਂਗ ਹੈਗੀ। ਤੁਸੀਂ ਦੇਖਿਆ ਹੋਣਾ ਪਿੱਛੇ ਜੇ ਅਮਲ ਦਾ ਇੱਕ ਛੋਟਾ ਜਿਹਾ ਇਸ਼ੂ ਸੀਗਾ ਕਿ ਅਮਲ ਦੇ ਪੈਕਟ ਦੇ ਉੱਤੇ ਦਹੀਂ ਲਿਖਿਆ ਸੀਗਾ। ਦੇਅਰ ਵਾਜ਼ ਅ ਪ੍ਰੋਟੈਸਟ ਇਨ ਤਾਮਿਲਨਾਡੂ, ਔਰ ਅਲਟੀਮੇਟਲੀ ਅਮਲ ਨੂੰ ਜਿਹੜਾ ਸੀਗਾ ਉਹਨੂੰ ਬਦਲਣਾ ਪਿਆ। ਇਹ ਤਾਂ ਸਾਡਾ ਗੁੱਡ, ਮਤਲਬ ਸਾਡੀ ਕਿਸਮਤ ਹੈਗੀ ਆ ਕਿ ਹਿੰਦੀ ਫਿਲਮਾਂ ਦੇ ਵਿੱਚ ਜਾਂ ਹਿੰਦੀ ਜਿਹੜੇ ਐਕਟਰ ਹੈਗੇ ਆ ਉਹਨਾਂ ਦੀ ਵਜ੍ਹਾ ਕਰਕੇ ਜਿਹੜਾ ਹੈਗਾ ਵਾ ਇਹ ਪ੍ਰੋਸੈਸ ਸਾਰਾ ਨਾਰਮਲਾਈਜ਼ ਹੋ ਰਿਹਾ ਸੀਗਾ। ਹੁਣ ਉਹਨਾਂ ਨੂੰ ਬਹੁਤ ਕਲੀਅਰ ਆ, ਉਹਨਾਂ ਦਾ ਏਜੰਡਾ ਜਿਹੜਾ ਉਹਨਾਂ ਨੂੰ ਪਤਾ ਹੈਗਾ ਕਿ ਜਿਹੜਾ ਬੀਜੇਪੀ ਦਾ ਏਜੰਡਾ ਹੈ ਜਾਂ ਜਿਹੜਾ RSS ਦਾ ਏਜੰਡਾ ਹੈਗਾ ਵਾ, ਇਹ ਅਲਟੀਮੇਟ ਏਜੰਡਾ ਹੈਗਾ ਕਿ ਸਾਰਿਆਂ ਨੂੰ ਇੱਕੋ ਰੱਸੇ ਦੇ ਵਿੱਚ ਪਰੋਣਾ। ਇਹ ਤਾਂ ਕਹਿੰਦੇ ਨਾ ਵੀ ਮਾਲਾ ਜਿਹੜੀ ਹੈਗੀ ਇੱਕੋ ਸਾਰੇ ਦੇ ਮੜ ਕੇ ਇੱਕ ਧਾਗੇ 'ਚ ਪਰੋਣਾ, ਮੈਂ ਕਹਿੰਦਾ ਉਹ ਇੱਕੇ ਰੱਸੇ ਦੇ ਨਾਲ ਪਰੋਣਾ। ਇਹ ਉਹਨਾਂ ਨੂੰ ਜਿਹੜਾ ਐਕਸੈਪਟੇਬਲ ਨਹੀਂ। ਤੁਹਾਨੂੰ ਪਤਾ ਹੋਣਾ ਕਿ ਉੱਥੇ ਹਿੰਦੂ ਜਿਹੜੇ ਹੈਗੇ ਉਹਨਾਂ ਦਾ ਬਰੀਅਲ ਹੁੰਦਾ, ਉੱਥੇ ਕ੍ਰਿਮੇਸ਼ਨ ਨਹੀਂ ਹੁੰਦੀ। ਉਹਨਾਂ ਦੇ ਰੀਤੀ ਰਿਵਾਜ ਵੱਖਰੇ ਹੈਗਾ, ਉਹਨਾਂ ਦੀ ਹਿਸਟਰੀ ਵੱਖਰੀ ਹੈਗੀ ਆ, ਉਹਨਾਂ ਦੀ ਸੋਚ ਵੱਖਰੀ ਹੈਗੀ ਆ। ਉਹ ਖਾਸ ਕਰਕੇ ਧਰਮ ਬਾਰੇ ਉਹਨਾਂ ਦੇ ਖਿਆਲ ਬਹੁਤ ਕਲੀਅਰ ਹੈਗੀ ਆ। ਧਾਰਮਿਕ ਜਿਹੜੇ ਸੋ ਕਾਲਡ ਸੈਲਫ ਪ੍ਰੋਕਲੇਮਡ ਇਸ ਵੇਲੇ ਜਿਹੜੇ ਰਿਲੀਜੀਅਸ ਲੀਡਰ ਬਣੇ, ਉਹਨਾਂ ਦੇ ਬਾਰੇ ਉਹਨਾਂ ਦੀ ਜਿਹੜੀ ਹੈਗੀ ਆ ਇਹ ਕੀ ਹੈ, ਧਰਮ ਕਿੱਦਾਂ ਯੂਜ਼ ਕੀਤਾ ਜਾਂਦਾ, ਉਹ ਪੈਰੀਆਰ ਦੀ ਵਿਚਾਰਧਾਰਾ ਪੜ੍ਹ ਲਓ, ਉਹਦੇ ਵਿੱਚੋਂ ਬਹੁਤ ਕਲੀਅਰ ਹੈਗੀ ਆ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਇਹ ਚੀਜ਼ ਜਿਹੜੀ ਹੈਗੀ ਆ ਇਹ ਖਾਸ ਕਰਕੇ ਜਿਹੜਾ ਬੀਜੇਪੀ ਦਾ ਏਜੰਡਾ ਹੈਗਾ ਉਹਨੂੰ ਸਿੱਧੀ ਟੱਕਰ ਵਾ। ਇਹ ਠੀਕ ਆ ਕਿ ਉਹਨਾਂ ਨੇ ਜਿਸ ਤਰੀਕੇ ਨਾਲ ਕਹੀ ਹੈ ਉਹ ਉੱਥੇ ਦੇ ਲੋਕਾਂ ਨੂੰ ਅਪੀਲ ਕਰਦਾ। ਮੇਰਾ ਕਹਿਣ ਤੋਂ ਭਾਵ ਇਹ ਹੈਗਾ ਕਿ ਜੇ ਉਹੀ ਵੇਰ ਜਾਂਦੇ ਆ ਜਾਂ ਹੋਰ ਜਿਹੜਾ ਥੱਲੇ ਆ ਦੂਸਰੇ ਪਾਸੇ ਆ ਉਹ ਵੇਰ ਜਾਂਦੇ ਆ, ਤੇ ਫਿਰ ਇਹਨਾਂ ਦਾ ਏਜੰਡਾ ਜਿਹੜਾ ਹੈਗਾ ਵਾ ਉਹ ਦੇਸ਼ ਵਾਸਤੇ, ਤੁਹਾਡੇ ਸਾਡੇ ਵਾਸਤੇ, ਕਿਉਂਕਿ ਬੀਜੇਪੀ ਜਿਹੜੀ ਹੈਗੀ ਆ ਇਹ ਬੇਸਿਕਲੀ ਤੁਸੀਂ ਦੇਖੋ ਕਿ ਇਹਦੀ ਡੋਮੀਨੈਂਸ ਜਿਹੜੀ ਆ ਇਹ ਥੋੜੀ ਜਿਹੀ ਹਿੰਦੀ ਹਾਰਟਲੈਂਡ ਦੇ ਵਿੱਚ ਆਈ ਹੈ। ਬਾਕੀ ਤਾਂ ਛੋਟੀਆਂ ਸਟੇਟਾਂ ਨਾਰਥ ਈਸਟ ਦੀਆਂ ਜਿਹੜਾ ਵੀ ਸੈਂਟਰ 'ਚ ਰੂਲ ਕਰਦਾ ਵਾ ਉਹਦੀ ਉੱਥੇ ਸਰਕਾਰ ਬਣ ਜਾਂਦੀ, ਉਹਦੇ ਨਾਲ ਬਹੁਤਾ ਫਰਕ ਨਹੀਂ ਪੈਂਦਾ। ਸੋ ਇਸ ਕਰਕੇ ਉਹਨਾਂ ਦਾ ਕਲੀਅਰ ਮੈਸੇਜ ਹੈਗਾ ਵੀ ਜਿਹੜਾ ਤੁਹਾਡਾ ਏਜੰਡਾ ਵਾ ਸਾਨੂੰ ਬਿਲਕੁਲ ਐਕਸੈਪਟੇਬਲ ਨਹੀਂ ਹੈ, ਤੇ ਜੇ ਏਜੰਡਾ ਐਕਸੈਪਟੇਬਲ ਨਹੀਂ ਹੈਗਾ ਤੇ ਉਹਦੇ ਕਨਸੀਕੁਐਂਸਿਸ ਤਾਂ ਸਾਰੇ ਲੋਕ, ਸਾਰਾ ਦੇਸ਼ ਤੇ ਸਾਰੇ ਜਿਹੜੇ ਸਮਝਣ ਵਾਲੇ ਬੰਦੇ ਉਹ ਜਾਣਦੇ ਆ। ਸੇਖੋ ਸਾਹਿਬ, ਇੱਕ ਚੀਜ਼ ਜੋ ਹੋਰ ਪਿਛਲੇ ਦਿਨੀ ਕਾਫੀ ਹੋ ਰਹੀ ਹੈ, ਉਹਦੀ ਇੱਕ ਪ੍ਰੈਕਟੀਕਲ ਗੱਲ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ। 1 ਨੇਸ਼ਨ 1 ਇਲੈਕਸ਼ਨ
ਇਹ ਪ੍ਰੈਕਟੀਕਲ ਹੈ? ਕਿਉਂਕਿ ਸਾਡੇ ਦੇਸ਼ ਦਾ ਹਰ 3 ਮਹੀਨੇ ਬਾਅਦ ਇਲੈਕਸ਼ਨਸ ਹੁੰਦੀਆਂ ਹੀ ਰਹਿੰਦੀਆਂ ਨੇ, ਕਦੀ ਕਿਤੇ ਤੇ ਕਦੀ ਕਿਤੇ। ਤੇ ਤੁਹਾਨੂੰ ਲੱਗਦਾ ਹੈ ਕਿ ਪੂਰਾ ਇਹ ਲਾਗੂ ਕਰਨ ਦੇ ਵੇਲੇ ਜਦੋਂ ਵਨ ਨੇਸ਼ਨ ਵਨ ਇਲੈਕਸ਼ਨ ਕਰਾਂਗੇ ਤਾਂ ਜੇ ਇਹ ਲਾਗੂ ਕਰ ਲੈਂਦੇ ਆ ਫਿਰ ਤੇ ਸਮੇਂ ਦੇ ਉੱਤੇ ਸਾਨੂੰ ਸਰਕਾਰਾਂ ਹੀ ਭੰਗ ਕਰਨੀਆਂ ਪੈਣਗੀਆਂ, ਕਦੀ ਕਿਸੇ ਸਟੇਟ ਦੀ ਕਦੀ ਕਿਸੇ ਸਟੇਟ ਦੀ, ਤੇ ਹੋ ਸਕਦਾ ਜੇ ਸਟੇਟਸ ਦੀਆਂ ਭੰਗ ਹੋ ਜਾਣ ਤਾਂ ਸੈਂਟਰ ਦੀ ਭੰਗ ਕਰਨੀ ਪੈ ਜਾਵੇ। ਇਜ਼ ਇਟ ਪ੍ਰੈਕਟੀਕਲ ਸੇਖੋ ਸਾਹਿਬ? ਪਹਿਲੀਆਂ 4 ਇਲੈਕਸ਼ਨ ਜਿਹੜੀਆਂ ਸੀਗੀਆਂ ਉਹ ਇਕੱਠੀਆਂ ਹੋਈਆਂ ਸੀ 1952 52 ਵਾਲੀਆਂ, 57 ਵਾਲੀਆਂ, 62 ਵਾਲੀਆਂ ਤੇ 67 ਵਾਲੀਆਂ ਜੀ। ਸਿਰਫ ਪਹਿਲੀ ਜਿਹੜੀ ਸਰਕਾਰ ਪ੍ਰੈਜ਼ੀਡੈਂਸ਼ੀਅਲ ਰੂਲ ਲੱਗਾ ਸੀਗਾ ਉਹ ਪਹਿਲਾਂ ਇੱਥੇ ਲੱਗਾ ਸੀ ਪੈਪਸੂ 'ਚ ਲੱਗਾ ਸੀ, ਪੈਪਸੂ ਨੂੰ ਪੰਜਾਬ ਦੇ ਵਿੱਚ ਮਿਲਾਤਾ ਸੀਗਾ। ਤੇ ਜਿਹੜੀ ਫੁੱਲ ਫਲੈਸ਼ ਸਟੇਟ ਦੇ ਵਿੱਚ ਉਹ ਸੀਗੀ ਕੇਰਲਾ ਦੇ ਵਿੱਚ 57 ਦੇ ਵਿੱਚ ਨਾਨ ਕਾਂਗਰਸ ਸਰਕਾਰ ਬਣ ਗਈ ਸੀ ਜੀ। ਉਹ ਸਵਾ ਸਾਲ ਚੱਲੀ ਸੀ, ਬਾਅਦ ਦੇ ਵਿੱਚ ਉਹਨੂੰ ਭੰਗ ਕਰਤਾ ਸੀ। ਸਾਡਾ ਪਾਰਲੀਮੈਂਟਰੀ ਨਿਜ਼ਾਮ, ਪਾਰਲੀਮੈਂਟਰੀ ਸਿਸਟਮ ਦੇ ਵਿੱਚ ਭਾਵੇਂ ਜਿਹੜੀਆਂ ਤੁਹਾਡੀਆਂ ਸਰਕਾਰਾਂ ਦੀ ਜਿਹੜੀ ਮਿਆਦ ਆ ਉਹ 5 ਸਾਲ ਫਿਕਸ ਹੈਗੀ ਆ, ਪਰ ਨਾਲ ਹੀ ਇਹਦੇ ਹੈਗਾ ਕਿ ਟਿਲ ਜਿਹੜੀ ਸਰਕਾਰ ਹੈਗੀ ਆ ਉਹਦਾ ਲੋਅਰ ਹਾਊਸ ਦੇ ਵਿੱਚ ਉਹਦਾ ਫੁੱਲ ਕੌਨਫੀਡੈਂਸ ਆ। 67 ਤੋਂ ਬਾਅਦ ਸਾਡਾ ਰੀਜਨਲਿਜ਼ਮ ਸ਼ੁਰੂ ਹੋ ਗਿਆ, ਕਿਉਂਕਿ ਸਟੇਟਾਂ ਦੀ ਜਿਹੜੀ ਆਰਗੇਨਾਈਜੇਸ਼ਨ ਆ ਰੀਆਰਗੇਨਾਈਜੇਸ਼ਨ ਆ ਉਹ ਲੈਂਗੁਏਜ ਦੇ ਬੇਸ ਤੇ ਸ਼ੁਰੂ ਹੋ ਗਈ। ਰੀਜਨਲ ਪਾਰਟੀਜ਼ ਇਨਵੋਲਵ ਹੋ ਗਈਆਂ, ਕਾਂਗਰਸ ਸਿਸਟਮ ਜਿਹੜਾ ਵੀਕ ਹੋ ਗਿਆ। ਔਰ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਸਾਰੇ ਦੇਸ਼ ਦੇ ਵਿੱਚ ਕਿੰਨੀਆਂ ਰੀਜਨਲ ਪਾਰਟੀਆਂ ਸੀਗੀਆਂ, ਹੋਰ ਨੈਸ਼ਨਲ ਪਾਰਟੀਆਂ ਇਹਦੇ ਵਿੱਚੋਂ ਇਨਵੋਲਵ ਹੋਈਆਂ। ਬੀਜੇਪੀ ਦਾ ਏਜੰਡਾ ਇਸ ਸਿਸਟਮ 'ਚ ਨਹੀਂ ਹੈਗਾ, ਕਿਉਂਕਿ ਬੀਜੇਪੀ ਸ਼ੁਰੂ ਤੋਂ ਕਹਿੰਦੀ ਹੈ ਕਿ ਇਹ ਸੰਵਿਧਾਨ ਸਾਨੂੰ ਐਕਸੈਪਟੇਬਲ ਨਹੀਂ ਹੈ, ਜਾਂ ਇਹ ਸੰਵਿਧਾਨ ਦੇ ਵਿੱਚ ਸਾਨੂੰ ਚੇਂਜ ਚਾਹੀਦੀ ਹੈ। ਔਰ ਇਹ ਤਾਂ ਹੀ ਪੋਸੀਬਲ ਹੋ ਸਕਦਾ ਕਿ ਜੇ ਇਹ ਸੰਵਿਧਾਨ ਦੇ ਖਰੜੇ ਨੂੰ ਮੁੱਢ ਦੇ ਉੱਤੋਂ ਜਿਹੜਾ ਹੈਗਾ ਸੀ ਵਿਚਾਰਿਆ ਜਾਵੇ ਤੇ ਉਹਦੇ ਨਿਜ਼ਾਮ ਦੇ ਵਿੱਚ ਪਾਰਲੀਮੈਂਟ ਨਿਜ਼ਾਮ ਦੇ ਥਾਂ ਦੇ ਅਸੀਂ ਪ੍ਰੈਜ਼ੀਡੈਂਸ਼ੀਅਲ ਸਿਸਟਮ ਜਿਹੜਾ ਉਹ ਲੈ ਆਵੇ, ਜਿਹੜਾ ਇਹ ਚਾਹੁੰਦੇ ਆ ਕਿ ਜਿੱਥੇ ਇੱਕ ਪਾਰਟੀ ਹੋਵੇ, ਇੱਕ ਵਿਧਾਨ ਹੋਵੇ। ਅਸਲ ਦੇ ਵਿੱਚ ਸਾਰਾ ਏਜੰਡਾ ਇਹ ਹੈਗਾ ਕਿ ਇਹ ਚਾਹੁੰਦੇ ਆ ਕਿ ਇੱਕ ਹੀ ਕਾਂਗਰਸ ਦੇ ਨਾਲ ਕੰਪੀਟ ਕਰਨਾ ਚਾਹੁੰਦੇ ਆ। 1967 ਤੱਕ ਕਾਂਗਰਸ ਨੂੰ ਕਹਿੰਦੇ ਵਨ ਪਾਰਟੀ ਡੋਮੀਨੈਂਟ ਸਿਸਟਮ ਸੀਗਾ, ਪਾਰਟੀਆਂ ਹੋਰ ਹੈਗੀਆਂ ਸੀਗੀਆਂ ਪਰ ਕਾਂਗਰਸ ਡੋਮੀਨੈਂਟ ਪਾਰਟੀ ਸੀ। ਹੁਣ ਇਹਨਾਂ ਨੂੰ ਲੱਗਦਾ ਵੀ ਇਹ ਅਸੀਂ ਫੇਰ ਦੁਬਾਰਾ, ਕਿਉਂਕਿ ਕਾਂਗਰਸ ਨੂੰ ਕੰਪੀਟ ਕਰਦੇ ਆ, ਜਾਂ ਨਹਿਰੂ ਨੂੰ ਬ੍ਰਿਟਲ ਕਰਨਾ ਹੁੰਦਾ, ਜਾਂ ਹੋਰ ਉਹਦੇ ਲੀਡਰਾਂ ਨੂੰ ਜਿਹੜਾ ਹੈਗਾ ਵਾ ਲਾਂਭੇ ਕਰਨਾ ਹੁੰਦਾ, ਤਾਂ ਇਹ ਨਵੀਂ ਸੋਚ ਦਾ ਹਿੱਸਾ ਇਸ ਸਿਸਟਮ 'ਚ ਨਹੀਂ ਹੋ ਸਕਦਾ। ਤੁਹਾਡੇ ਕੋਲ ਪਾਰਲੀਮੈਂਟ ਜਿੰਨਾ ਚਿਰ ਤੁਹਾਡੇ ਕੋਲ ਸੁਪਰੀਮ ਕੋਰਟ ਹੈਗੀ ਆ ਤਕੜੀ, ਸੰਵਿਧਾਨ ਦਾ ਬੇਸਿਕ ਢਾਂਚੇ ਤੋਂ ਬਿਨਾਂ ਇਹ ਗੱਲ ਨਹੀਂ ਹੋ ਸਕਦੀ। ਸੰਵਿਧਾਨ ਦੇ ਬੇਸਿਕ ਢਾਂਚੇ ਨੂੰ ਬਦਲਣ ਲਈ 2/3 ਮੈਜੋਰਟੀ ਚਾਹੀਦੀ ਆ, ਦੋਵਾਂ ਹਾਊਸਿਸ ਦੇ ਵਿੱਚ ਮੋਰ ਦੈਨ 50% ਸਟੇਟਸ ਦੀ ਕੰਸੈਂਟ ਚਾਹੀਦੀ ਆ। ਔਰ ਸ਼ਾਇਦ ਇਸੇ ਹੀ ਕਰਕੇ ਇਹ ਜਿਹੜਾ ਇਹਨਾਂ ਨੇ ਬਹਿਸ ਸ਼ੁਰੂ ਕੀਤੀ ਆ ਕਿ ਜੇ ਅਸੀਂ ਮਨਸ਼ਾ ਬਹੁਤ ਕਲੀਅਰ ਕਰ ਦਿੱਤੀ ਆ ਕਿ ਜੇ ਸਾਡੇ ਕੋਲ ਇੰਨੀ ਮੈਜੋਰਟੀ ਮਿਲਦੀ ਆ, ਜਿਹੜੀ ਕਿ ਆਲਮੋਸਟ ਡਿਫਿਕਲਟ ਹੈ, ਮੈਂ ਇੰਪੋਸੀਬਲ ਤਾਂ ਨਹੀਂ ਕਹਿੰਦਾ, ਬਹੁਤ ਡਿਫਿਕਲਟ ਹੈ। ਜਿਸ ਕਿਸਮ ਦੇ ਰੁਝਾਨ ਪਿਛਲੇ ਸਮੇਂ ਦੇ ਵਿੱਚ ਖਾਸ ਕਰਕੇ ਯੂਪੀ ਇਹਨਾਂ ਦਾ ਹਾਰਟਲੈਂਡ ਹੈ, ਕਿਉਂਕਿ ਦਿੱਲੀ ਨੂੰ ਰਸਤਾ ਜਿਹੜਾ ਯੂਪੀ ਦੇ ਵਿੱਚ ਜਾਂਦਾ। ਯੂਪੀ ਜਿਹੜੀਆਂ ਸਟੇਟ ਅਸੈਂਬਲੀ ਇਲੈਕਸ਼ਨਸ ਹੋਈਆਂ, ਬਾਈ ਇਲੈਕਸ਼ਨਸ ਹੋਈਆਂ, ਚਾਹੇ ਕਰਾਨਾ ਦੇ ਵਿੱਚ ਹੋਈ ਆ, ਚਾਹੇ ਕੋਸੀ ਦੇ ਵਿੱਚ ਹੋਈ ਆ, ਉੱਥੇ ਬੀਜੇਪੀ ਉੱਥੇ ਹਾਰੀ ਆ, ਪ੍ਰਚੰਡ ਬਹੁਮਤ ਦੇ ਬਾਵਜੂਦ ਵੀ ਉੱਥੇ ਹਾਰੀ ਆ। ਇੰਟੈਂਸ਼ਨਸ ਲੋਕਾਂ ਦੀਆਂ ਬਹੁਤ ਕਲੀਅਰ ਆ, ਔਰ ਇਹ ਹੋਣਾ ਵੀ ਨਹੀਂ ਚਾਹੀਦਾ। ਕਿਉਂ ਨਾ ਇਲੈਕਸ਼ਨਸ ਹੋਣ? ਪ੍ਰਧਾਨ ਮੰਤਰੀ ਜੀ ਨੂੰ ਸਟੇਟਾਂ ਦੀ ਇਲੈਕਸ਼ਨ ਦੇ ਵਿੱਚ ਨਹੀਂ ਜਾਣਾ ਚਾਹੀਦਾ, ਉਹਨਾਂ ਨੂੰ 12-12 ਦਿਨ ਇਹ ਸਟੇਟਾਂ ਦੇ ਵਿੱਚ ਨਹੀਂ ਗੁਜ਼ਾਰਨੇ ਚਾਹੀਦੇ ਜਿੱਦਾਂ ਉਹਨਾਂ ਨੇ ਕਰਨਾਟਕਾ 'ਚ ਗੁਜ਼ਾਰੇ ਸੀ। ਰੋਡ ਸ਼ੋਅ, ਮੇਰੇ ਖਿਆਲ ਉਹ ਦੇਸ਼ ਦੇ ਪ੍ਰਧਾਨ ਮੰਤਰੀ ਹੈਗੇ, ਪਰ ਕਿਉਂਕਿ ਤੋਂ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਹੈਗੇ ਆ ਸਾਰਾ ਇਹਨਾਂ ਦੇ ਕੋਲ ਸੈਂਟਰਲਾਈਜ਼ ਹੈਗਾ ਵਾ। ਮੋਦੀ ਸਾਹਿਬ ਪਾਰਟੀ ਦੇ ਵੀ ਜਿਹੜੇ ਹੈਗੇ ਆ ਸਰਮੌਰ ਹੈਗੇ ਆ, ਤੇ ਜਿਹੜੀ ਆਪਣੀ ਤੁਹਾਡੀ ਜਿਹੜੀ ਹੈਗੀ ਆਪਣਾ ਜਿਹੜੀ ਗੌਰਮੈਂਟ ਦੇ ਸਰਮੌਰ ਹੈਗੇ ਆ, ਸਾਰੀਆਂ ਪਾਵਰਸ ਉਹਨਾਂ ਦੇ ਕੋਲ ਹੈ। ਤਾਂ ਇਸ ਕਰਕੇ ਹੋ ਸਕਦਾ ਉਹਨਾਂ ਨੂੰ ਲੱਗਦਾ ਹੋਵੇ ਕਿ ਉਹਨਾਂ ਨੂੰ ਬਹੁਤ ਸਾਰਾ ਸਮਾਂ ਸਟੇਟਾਂ 'ਚ ਲਾਉਣਾ ਪੈਣਾ। ਨਹੀਂ, ਸਟੇਟਾਂ ਨੂੰ ਸਟੇਟ ਲੀਡਰ ਦੇ ਉੱਤੇ ਛੱਡ ਦਿਓ, ਤੁਸੀਂ ਪਾਰਟੀਆਂ ਨੂੰ ਤਗੜਾ ਕਰੋ, ਪਾਰਟੀ ਸਟਰਕਚਰ ਨੂੰ ਤਗੜਾ ਕਰੋ, ਤੁਸੀਂ ਡੀਸੈਂਟਰਲਾਈਜੇਸ਼ਨ ਆਫ ਪਾਵਰਸ ਕਰੋ। ਅਲਟੀਮੇਟਲੀ ਇਹ ਪ੍ਰੋਸੈਸ ਇੰਦਰਾ ਗਾਂਧੀ ਦੇ ਸਮੇਂ ਸ਼ੁਰੂ ਹੋ ਗਿਆ ਸੀਗਾ ਕਿ ਸੈਂਟਰਲਾਈਜੇਸ਼ਨ ਹੋ ਗਈ, ਪਾਰਟੀ ਵੀ ਆਪਣੇ ਹੱਥ 'ਚ ਰੱਖੋ, ਸਰਕਾਰ ਵੀ ਆਪਣੇ ਹੱਥ 'ਚ ਰੱਖੋ, ਤੇ ਜਿਹੜਾ ਹੈਗਾ ਜਿਹੜਾ ਤੁਸੀਂ ਜਿਹੜੀ ਆਪਣਾ ਓਬੀਡੀਐਂਸ ਆ ਉਹਨੂੰ ਡੀਸੈਂਟਰਲਾਈਜ਼ ਕਰ ਦਿਓ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਇਹ ਤੁਹਾਡੀਆਂ ਸੰਸਥਾਵਾਂ ਨੂੰ ਚੈਲੰਜ ਹੋਊਗਾ। ਹਾਂ, ਇਹ ਗੱਲ ਮੰਨ ਕੇ ਚੱਲਣਾ ਚਾਹੀਦਾ ਪਾਰਲੀਮੈਂਟਰੀ ਸਿਸਟਮ ਮੋਰ ਪਾਰਟੀਸਪੇਟਰੀ ਆ। ਪਾਰਲੀਮੈਂਟਰੀ ਸਿਸਟਮ ਸਾਨੂੰ ਹੌਲੀ ਹੌਲੀ ਜਿਹੜਾ ਸਾਡੀ ਇੱਕ ਕਿਸਮ ਦਾ ਅਸਿਮੀਲੇਟ ਹੋਊਗਾ। ਅਸੀਂ ਸਾਡੀ ਇੱਕ ਜਿਹੜਾ ਨੇਸ਼ਨ ਵਾਲੇ ਸਟੇਟ ਫਾਰਮੇਸ਼ਨ ਤਾਂ ਹੋ ਗਈ 47 ਦੇ ਵਿੱਚ, ਜਿਹੜੀ ਨੇਸ਼ਨ ਫਾਰਮੇਸ਼ਨ ਆ ਜਿਹਦੇ ਵਿੱਚ ਸੈਂਸ ਆਫ ਬਿਲੋਂਗਿੰਗ ਹੁੰਦੀਆਂ ਰਹਿਣ। ਇਲੈਕਸ਼ਨ ਹਰ ਸਾਲ ਚੰਗੀ ਗੱਲ ਆ, ਨਵੇਂ ਮੁੱਦੇ ਆਉਂਦੇ ਆ, ਸਾਰੇ ਲੋਕਾਂ ਦੀ ਪੋਲੀਟੀਕਲ ਸੋਸ਼ਲਾਈਜ਼ ਹੁੰਦੀ ਆ। ਕਰਨਾਟਕਾ 'ਚ ਕੀ ਹੁੰਦਾ, ਤਾਮਿਲਨਾਡੂ 'ਚ ਕੀ ਹੁੰਦਾ, ਕਿਉਂ ਉੱਥੇ ਇੱਕ ਪਾਰਟੀ ਹਾਰੀ, ਕਿਉਂ ਹਾਰੀ, ਮਨੀਪੁਰ 'ਚ ਕਿਉਂ ਸਰਕਾਰਾਂ ਜਿੱਤਦੀਆਂ, ਕਿਉਂ ਹਾਰੀਆਂ, ਲੋਕਾਂ ਦਾ ਪੋਲੀਟੀਕਲ ਨੌਲੇਜ ਵੱਧਦਾ। ਤਾਂ ਮੇਰਾ ਕਹਿਣ ਤੋਂ ਭਾਵ ਇਹ ਹੈਗਾ ਵਾ ਕਿ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ। ਇਲੈਕਸ਼ਨਾਂ ਰੂਟੀਨ ਦੇ ਵਿੱਚ ਹੁੰਦੀਆਂ, ਜਿੱਥੇ 5 ਸਾਲ ਪੂਰੇ ਹੁੰਦੇ ਇਲੈਕਸ਼ਨ ਹੋ ਜਾਵੇ, 10-15 ਦਿਨਾਂ 'ਚ ਇਲੈਕਸ਼ਨ ਹੋ ਜਾਂਦੀ ਆ, ਪਰ ਇਹਨੂੰ ਸਟੇਕ ਨਾ ਬਣਾਉਣ, ਜਿਹਨੂੰ ਕਹਿੰਦਾ ਪੰਜਾਬੀ 'ਚ ਮੁੱਛ ਦਾ ਸਵਾਲ ਨਾ ਬਣਾਉਣ ਵੀ ਮੇਰੀ ਪਾਰਟੀ ਹੀ ਜਿੱਤਣੀ ਚਾਹੀਦੀ ਆ ਜੀ।
ਇਸ ਕਰਕੇ ਇਹ ਜਿਹੜਾ ਇਹ ਮੈਨੂੰ ਲੱਗਦਾ ਕਿ ਸੋਚ ਦੇ ਪਿੱਛੇ ਹੀ ਕੋਈ ਮਨਸ਼ਾ ਜਿਹੜੀ ਆ ਹੋਰ ਲੱਗਦੀ ਆ। ਬਿਲਕੁਲ ਜੀ, ਔਰ ਇਹ ਅਕਸਰ ਕਿਹਾ ਜਾਂਦਾ ਹੈ ਕਿ ਹਮੇਸ਼ਾ ਇਲੈਕਸ਼ਨਸ ਬਾਰੇ ਨਾ ਸੋਚੋ, ਆਉਣ ਵਾਲੀ ਜਨਰੇਸ਼ਨ ਬਾਰੇ ਸੋਚੋ, ਆਉਣ ਵਾਲੀ ਪੀੜ੍ਹੀ ਦੇ ਨਾਲ ਦੇਸ਼ ਬਾਰੇ ਸੋਚੋ, ਕਿਉਂਕਿ ਅਸੀਂ ਰਹੀਏ ਨਾ ਰਹੀਏ ਦੇਸ਼ ਰਹੇਗਾ। ਜਦੋਂ ਅਸੀਂ ਨਹੀਂ ਸੀ ਉਦੋਂ ਵੀ ਦੇਸ਼ ਸੀ, ਜਦੋਂ ਅਸੀਂ ਨਹੀਂ ਰਵਾਂਗੇ ਉਦੋਂ ਵੀ ਦੇਸ਼ ਰਹੇਗਾ, ਲੋਕ ਰਹਿਣਗੇ, ਧਰਤੀ ਰਹੇਗੀ। ਤਾਂ ਸਭ ਦੇ ਸੌਖੇ ਜੀਵਨ ਬਾਰੇ ਸੋਚੋ। ਔਰ ਅਕਸਰ ਕਿਹਾ ਜਾਂਦਾ ਹੈ ਕਿ a politician thinks about the next elections and a statesman thinks about the next generation। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸੇਖੋਂ ਸਾਹਿਬ ਕਿ ਤੁਸੀਂ ਇਸ ਵਿਸ਼ੇ ਦੇ ਉੱਤੇ ਸਾਨੂੰ ਐਨਲਾਈਟਨ ਕੀਤਾ, ਔਰ ਅਸੀਂ ਹੋਰ ਵਿਸ਼ੇ ਲੈ ਕੇ, ਕਿਉਂਕਿ ਜਿੱਦਾਂ ਘਟਨਾਵਾਂ ਹੋ ਰਹੀਆਂ ਨੇ ਸਾਰੀਆਂ ਭਾਰਤ ਦੇ ਵਿੱਚ ਵੀ ਔਰ ਪੂਰੀ ਦੁਨੀਆ ਦੇ ਵਿੱਚ ਵੀ, ਇੰਟਰਨੈਸ਼ਨਲ ਲੈਵਲ ਤੇ, ਚਾਹੇ ਉਹ ਇਕਨੋਮਿਕਲ ਨੇ ਚਾਹੇ ਉਹ ਪੋਲੀਟੀਕਲ ਨੇ, ਪੂਰੀ ਦੁਨੀਆ ਦੇ ਉੱਤੇ ਅਸਰ ਪਾਉਂਦੀਆਂ ਨੇ। ਅਸੀਂ ਉਹਨਾਂ ਘਟਨਾਵਾਂ ਦੀ ਚਰਚਾ ਲੈ ਕੇ ਤੁਹਾਡੇ ਤੱਕ ਪਹੁੰਚ ਕਰਦੇ ਰਵਾਂਗੇ। ਥੈਂਕ ਯੂ ਸੋ ਮਚ ਸੇਖੋਂ ਸਾਹਿਬ। ਥੈਂਕ ਯੂ। ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਦੇ ਹਾਂ, ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ ਔਰ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।